ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਹਲਕਾ ਖਡੂਰ ਸਾਹਿਬ ਦੇ ਕਸਬਾ ਵੇਈਪੂਈ ਅਤੇ ਗੋਇੰਦਵਾਲ ਸਾਹਿਬ ਵਿਖੇ ਅੱਜ ਤੇ ਸੁਰੱਖਿਅਤ ਵਾਹਨ ਪਾਲਿਸੀ ਨੂੰ ਲੈ ਕੇ ਵੱਖ-ਵੱਖ ਸਕੂਲਾਂ ਦੀ ਚੈਕਿੰਗ ਲਈ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਕੂਲਾਂ ਵਿੱਚ ਪੁੱਜੇ। ਇਸ ਮੌਕੇ ਕਈ ਸਕੂਲਾਂ ਦੇ ਡਰਾਈਵਰ ਕੰਡਮ ਬੱਸਾਂ ਨੂੰ ਅਧਿਕਾਰੀਆਂ ਦੇ ਆਉਣ ਤੇ ਭਜਾ ਕੇ ਲੈ ਕੇ ਜਾਂਦੇ ਹੋਏ ਵੀ ਨਜ਼ਰ ਆਏ। ਇਸ ਮੌਕੇ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਸਕੂਲੀ ਵਾਹਨਾਂ ਦੀ ਚੈਕਿੰਗ ਕਰਨ ਉਪਰੰਤ ਜਿਨ੍ਹਾਂ ਵਾਹਨਾਂ ਵਿੱਚ ਕਮੀ ਪੇਸ਼ੀ ਪਾਈ ਗਈ ਹੈ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਤੇ ਇਹ ਚੈਕਿੰਗ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਇਹ ਸਰ ਲਾਉਣ ਵਾਲੇ ਨੇ ਲਾਇਆ ਜੀ। ਕਿੰਨਾ ਲਾਇਆ? ਸਕੂਲ ਵਾਲੇ ਲਵਾਇਆ ਕਿ ਬਾਹਰੋਂ ਲਵਾਇਆ? ਮਤਲਬ ਇਹ ਜਿਨ੍ਹਾਂ ਨੇ ਵੀ ਫੀਡਿੰਗ ਕੀਤੀ ਹੁੰਦੀ ਉਹਨਾਂ ਨੇ ਲਾਇਆ। ਇਹਦੇ ਵਿੱਚ ਮੇਰੇ ਤੇ ਕੋਈ ਗਲਤੀ ਨਹੀਂ ਹੈ ਜੀ। ਇੰਚਾਰਜ ਕੌਣ ਤੁਹਾਡਾ ਬੱਸਾਂ ਦੇ ਡਿਪਾਰਟਮੈਂਟ ਦਾ ਸਾਰੇ? ਉਹ ਹਰਪ੍ਰੀਤ ਸਿੰਘ ਹੈ। ਤੂੰ ਕਦੀ ਉਹਨੂੰ ਚੈੱਕ ਨਹੀਂ ਕਰਾਇਆ ਵੀ ਇਹ ਕੀ ਬਣਦੇ ਆ? ਥੱਲੇ ਕੈਮਰੇ ਲੱਗੇ ਜਿੱਤੇ ਦੱਸੀਦਾ ਉਹਨਾਂ ਨੂੰ ਵੀ ਉਹ ਗੱਡੀਆਂ ਚੈੱਕ ਕਰਦੇ ਹੀ ਆ ਸਰ। ਆ ਤੁਹਾਡੇ ਸਾਹਮਣੇ ਕੈਮਰਾ ਠਾਹ ਨੂੰ ਲੱਗਾ ਥੱਲੇ, ਕੀ ਇੰਜਨ ਵੇਖਦਾ ਕੈਮਰਾ? ਸਰ ਮੈਂ ਤਾਂ ਤੁਹਾਨੂੰ ਦੱਸਣ ਡਿਆ ਵੀ ਜਿਹੜੀ ਚੀਜ਼ ਤੁਹਾਡੇ ਸਾਹਮਣੇ ਆ ਮੈਂ ਕਿਉਂ ਉਹਨੂੰ ਗਲਤ ਕਰਾਂ? ਇਹਦਾ ਮਤਲਬ ਚੱਲਦੇ ਨਹੀਂ, ਇਹ ਚੱਲਦੀ ਨਹੀਂ, ਕੈਮਰਾ ਨਹੀਂ ਚੱਲਦਾ ਜੀ। ਨਹੀਂ ਨਾ ਚੱਲਦਾ? ਨਹੀਂ ਚੱਲਦਾ। ਠੀਕ ਹੈ, ਓਕੇ। ਲਾਇਸੈਂਸ ਸਹੀ ਹੈ ਜੀ। ਬਾਕੀ ਜੋ ਇਹਨਾਂ ਦਿੱਤੇ ਪ੍ਰੂਫ ਆਪਣੇ ਕੋਲ ਹੈ। ਤੇ ਹੁਣ ਗੱਡੀ ਕੈਮਰਾ ਨਹੀਂ ਨਾ ਲੱਗਾ? ਨਹੀਂ ਸਰ, ਕੈਮਰਾ ਹੈ ਨਹੀਂ ਗਈ। ਹੁਣ ਤੱਕ 3 ਸਕੂਲ ਸਾਡੇ ਦੁਆਰਾ ਚੈੱਕ ਕੀਤੇ ਗਏ ਨੇ। ਕਈ ਸਕੂਲਾਂ ਦੇ ਵੀ ਸਕੂਲੀ ਵਾਹਨਾਂ ਦੇ ਡਾਕੂਮੈਂਟ ਸਹੀ ਪਾਏ ਗਏ ਨੇ, ਕਈਆਂ ਦੇ ਵਿੱਚ ਕਮੀਆਂ ਨੇ, ਉਹਨਾਂ ਦੇ ਮਤਲਬ ਕਿ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰਦੇ। ਦੇਖੋ ਜੀ, ਸਮੇਂ-ਸਮੇਂ ਤੇ ਸਾਡੇ ਦੁਆਰਾ ਲਗਾਤਾਰ ਚੈਕਿੰਗਾਂ ਹੋ ਰਹੀਆਂ ਨੇ। ਜੇ ਅੱਜ ਉਹ ਲੈ ਕੇ ਜਾ ਰਹੇ ਨੇ ਬੱਸ ਔਨ ਰੋਡ, ਸਾਡੇ ਦੁਆਰਾ ਚੈਕਿੰਗ ਹੁੰਦੀ ਆ, ਚਲਾਨ ਹੁੰਦੇ ਨੇ। ਉਹ ਔਨ ਰੋਡ ਜਦ ਚੈਕਿੰਗ ਹੁੰਦੀ ਆ ਉਹ ਤੋਂ ਬਾਅਦ ਤਾਂ ਆਪਾਂ ਨੂੰ ਦਿਖਾਣੇ ਪੈਣਗੇ ਡਾਕੂਮੈਂਟ। ਮਾਮਲਾ ਬਟਾਲਾ ਦੇ ਸਰਹੱਦੀ ਏਰੀਆ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਰਵੀ ਸਿੰਘ ਨਾਮਕ ਵਿਅਕਤੀ ਵੱਲੋਂ ਦਰਸ਼ਨਾਂ ਲਈ ਆਨਲਾਈਨ ਅਪਲਾਈ ਕੀਤਾ ਗਿਆ ਪਰ ਉਹ ਮਨਜ਼ੂਰ ਨਹੀਂ ਹੋਇਆ ਅਤੇ ਪ੍ਰਿੰਟ ਨਾ ਮਨਜ਼ੂਰੀ ਵਾਲਾ ਨਿਕਲਿਆ, ਜਿਸ ਤੋਂ ਬਾਅਦ ਉਹ ਅਪਲਾਈ ਵਾਲੀ ਰਸੀਦ ਦੇ ਅੱਗੋਂ ਨਾ ਕੱਟ ਕੇ ਦਰਸ਼ਨਾਂ ਲਈ ਕਰਤਾਰਪੁਰ ਰਾਸਤੇ ਜਾਣ ਲਈ ਪਹੁੰਚ ਗਿਆ, ਜਿੱਥੇ ਉਸਦੇ ਕਾਗਜ਼ਾਂ ਦੀ ਪੜਤਾਲ ਕੀਤੀ ਗਈ ਤੇ ਉਹ ਗਲਤ ਪਾਏ ਗਏ, ਜਿਸ ਤੋਂ ਬਾਅਦ ਉਸ ਉੱਪਰ ਧਾਰਾ 420 ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੰਟੀਮੇਸ਼ਨ ਮਿਲੀ ਸੀ, ਅਸੀਂ ਉੱਥੇ ਗਏ। ਉਹਨਾਂ ਨੇ ਸਾਨੂੰ ਇੱਕ ਲੈਟਰ ਹੈਂਡਓਵਰ ਕੀਤੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ। ਉਹਦੇ ਅਕੋਰਡਿੰਗ ਇੱਕ ਰਵੀ ਸਿੰਘ ਹੈ ਜੀ, ਉਹਦੇ ਖਿਲਾਫ 420, 468, 471 ਤੇ 24 ਇਮੀਗ੍ਰੇਸ਼ਨ ਐਕਟ ਦਾ ਜਿਹੜਾ ਪਰਚਾ ਦਰਜ ਕੀਤਾ ਸੀ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਮੈਨੂੰ ਵੀ ਪਤਾ ਲੱਗਾ ਕਿ ਇਹਨੂੰ ਐਡਿਟ ਵਗੈਰਾ ਕਰਕੇ ਹੀ ਮਤਲਬ ਅਕੋਰਡਿੰਗ ਟੂ ਇਮੀਗ੍ਰੇਸ਼ਨ ਦੀ ਲੈਟਰ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਈਟੀਏ ਕਾਰਡ ਦੇ ਵਿੱਚ ਨਾਟ ਕਨਫਰਮਡ ਸੀਗਾ ਤੇ ਉਹਨੂੰ ਕੱਟ ਕੇ ਨਾਟ ਅੱਗੋਂ ਕੱਟ ਦਿੱਤਾ ਗਿਆ ਸੀ। ਉਹਦੇ ਤੇ ਇਹ ਸਾਰੀ ਐਫਆਈਆਰ ਰਜਿਸਟਰਡ ਹੋਈ ਹੈ ਜੀ। ਮੈਨੇ ਇਹਨਾਂ ਨੂੰ ਅਰੈਸਟ ਵੀ ਕੀਤਾ ਜੂਗਾ ਤੁਹਾਡੇ ਵੱਲੋਂ? ਬਿਲਕੁਲ ਜੀ, ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੀ ਤੇ ਨੋਟਿਸ ਸਰਵ ਹੋਏਗਾ ਤੇ ਫਿਰ ਉਸ ਤੋਂ ਬਾਅਦ ਅਰੈਸਟ ਵੀ ਪਊਗੀ ਇਹਨਾਂ ਦੀ। ਜਗਰਾਉਂ ਨਗਰ ਕੌਂਸਲ ਵਿੱਚ ਅੱਜ ਸਾਰੇ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਜਗਰਾਉਂ ਦੇ ਹੀ 11 ਕਾਂਗਰਸੀ ਕੌਂਸਲਰਾਂ ਨੇ ਆਪਣੇ 4 ਆਜ਼ਾਦ ਸਾਥੀ ਕੌਂਸਲਰਾਂ ਨਾਲ ਮਿਲ ਕੇ ਆਪਣੇ ਹੀ ਮੌਜੂਦਾ ਕਾਂਗਰਸੀ ਪ੍ਰਧਾਨ ਦੇ ਖਿਲਾਫ ਕਾਰਜ ਸਾਧਕ ਅਫਸਰ ਨੂੰ ਬੇਭਰੋਸਗੀ ਦਾ ਮਤਾ ਪੱਤਰ ਦੇ ਦਿੱਤਾ ਤੇ ਇਸ ਸਬੰਧ ਵਿੱਚ ਜਲਦੀ ਪ੍ਰਧਾਨ ਨੂੰ ਉਸ ਦੀ ਕੁਰਸੀ ਤੋਂ ਲਾਉਣ ਦੀ ਅਪੀਲ ਵੀ ਕੀਤੀ ਗਈ। ਫਿਰ ਕਿਉਂ ਉਹਦੇ ਖਿਲਾਫ ਹੋਣਾ ਪਿਆ ਜੀ? ਅਸੀਂ ਤਾਂ ਦੁਖੀ ਹੋ ਕੇ ਅੱਕ ਕੇ ਸਾਰੇ ਬੰਦੇ, ਜਦੋਂ ਬੰਦੇ ਦੀ ਇੱਜ਼ਤ ਹੀ ਹੈ ਨਹੀਂ ਉਹਦੇ ਹਾਊਸ ਜਾਂ ਕਮੇਟੀ ਜਾਣ ਦੀ। ਅਸੀਂ ਅੱਜ ਤੱਕ ਸਾਨੂੰ 6 ਮਹੀਨੇ ਹੋ ਗਏ, ਅਸੀਂ ਉਹਦੇ ਕਮਰੇ ਜਾ ਕੇ ਨਹੀਂ ਦੇਖਿਆ, ਨਾ ਹੀ ਉਹਨੂੰ ਫਿਕਰ ਆ ਕੋਈ ਮੇਰੇ ਮੈਂਬਰ ਗੁੱਸੇ ਆ ਮੇਰੇ ਨਾਲ, ਕੋਈ ਆਉਂਦੇ ਨਹੀਂ ਜਾਂਦੇ ਨਹੀਂ। ਉਹਦੀ ਬੋਲੀ ਭਾਸ਼ਾ ਇੰਨੀ ਨਿਕੰਮੀ ਆ, ਜੇ ਮੈਂਬਰ ਇੱਕ ਉੱਠ ਕੇ ਉਹਦੇ ਕੋਲ ਚਲੇ ਜਾਂਦਾ ਉਹ ਗਾਲ ਕੱਢ ਕੇ ਗੱਲ ਕਰਦੇ ਆ। ਜੇ ਕਿਸੇ ਮੈਂਬਰ ਦੇ ਪ੍ਰਤੀ ਅਪਸ਼ਬਦ ਬੋਲਣਗੇ, ਜੇ ਸਾਡੇ ਸਾਹਮਣੇ ਕਿਸੇ ਹੋਰ ਨੂੰ ਬੋਲਣਗੇ, ਸਾਡੇ ਮਗਰੋਂ ਸਾਨੂੰ ਬੋਲਣਗੇ ਤੇ ਵਿਕਾਸ ਦਾ ਕੰਮ ਦਾ ਠੱਪ ਪਿਆ ਸਾਰਾ ਹੀ। ਜਦੋਂ ਕੰਮ ਹੀ ਨਹੀਂ ਕਰਨਾ ਤਾਂ ਇਮਾਨਦਾਰੀ ਕਾਹਦੀ ਰਹੂਗੀ? ਕੰਮ ਕਰਾਂਗੇ ਤਾਂ ਇਮਾਨਦਾਰੀ ਪਤਾ ਲੱਗੂਗੀ। ਜਿਵੇਂ ਮੈਂ ਪ੍ਰਧਾਨ ਜੀ ਨੂੰ ਤੁਹਾਨੂੰ ਦੱਸਿਆ, ਸੜਕ ਦੀ ਲਾ ਲਓ 1 ਕਰੋੜ 73 ਲੱਖ ਦੀ ਸੜਕ ਸੀ, ਅੱਧੀ ਬਣੀ ਅੱਧੀ ਬੱਚੇ ਖਾ ਗਈ ਛੱਡਤੀ। ਕਿੱਧਰ ਗਏ ਪੈਸੇ ਹੋਏ ਇਮਾਨਦਾਰੀ ਦੇ? ਸਾਨੂੰ ਬੜੇ ਅਫਸੋਸ ਨਾਲ ਭਰੇ ਮਨ ਦੇ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਵੀ ਕਾਂਗਰਸ ਪਾਰਟੀ ਨੇ ਜਤਿੰਦਰਪਾਲ ਰਾਣਾ ਨੂੰ ਅੱਜ ਤੋਂ ਲਗਭਗ 1.5 ਸਾਲ ਪਹਿਲਾਂ ਪ੍ਰਧਾਨ ਬਣਾਇਆ ਸੀ। ਕਾਂਗਰਸ ਪਾਰਟੀ ਦੇ 19 ਕੌਂਸਲਰ ਸੀਗੇ। ਇਹਨਾਂ ਨੇ ਪ੍ਰਧਾਨ ਬਣ ਕੇ ਕਿਸੇ ਕੌਂਸਲਰ ਦੀ ਕੋਈ ਸੁਣਵਾਈ ਨਹੀਂ ਕੀਤੀ, ਕਿਸੇ ਦਾ ਕੋਈ ਕੰਮ ਨਹੀਂ ਸੀ ਹੁੰਦਾ। ਇਹਨਾਂ ਦੇ ਕੰਮਾਂ ਕਾਰਾਂ ਨਾ ਕਰਨ 'ਤੇ ਸਾਰੇ ਮਿਊਨਿਸਪਲ ਕੌਂਸਲਰਾਂ ਦੇ ਵਿੱਚ ਬੜਾ ਵੱਡਾ ਰੋਸ ਸੀਗਾ ਔਰ ਇਹਨਾਂ ਨੂੰ ਬੜਾ ਕਿਹਾ ਵੀ ਸਾਡੇ ਕੰਮਕਾਰ ਕਰੋ। ਇਹ ਕੰਮਕਾਰ ਬੰਨੀ ਕੋਈ ਧਿਆਨ ਨਹੀਂ ਸੀ ਦਿੰਦੇ, ਕਿਸੇ ਨੂੰ ਟਿੱਚ ਸਮਝਦੇ ਸੀ ਹਰ ਇੱਕ ਕੌਂਸਲਰ ਨੂੰ। ਇਹਨਾਂ ਤੋਂ ਦੁਖੀ ਹੋ ਕੇ ਫਿਰ ਸਾਨੂੰ ਅੱਜ 15 ਕੌਂਸਲਰਾਂ ਵੱਲੋਂ ਅਸੀਂ ਬੇਭਰੋਸਗੀ ਦਾ ਮਤਾ ਲਿਆਂਦਾ ਇਹਨਾਂ ਦੇ ਖਿਲਾਫ। ਪਤਾ ਨਹੀਂ ਜੀ, ਮੈਂ ਕਾਫੀ ਟਾਈਮ ਤੋਂ ਸੁਣ ਰਿਹਾ, ਮਤਲਬ ਜਦੋਂ ਦਾ ਮੈਂ ਬਣਿਆ ਉਦੋਂ ਤੋਂ ਹੀ ਸੁਣ ਰਿਹਾ
ਚਾਹੇ ਸਰਕਾਰ ਕਾਂਗਰਸ ਦੀ ਸੀ ਚਾਹੇ ਆਪ ਦੀ ਸਰਕਾਰ ਆਈ ਆ, ਵੀ ਕੁਛ ਕੁ ਬੰਦੇ ਲੱਗੇ ਹੋਏ ਆ ਤੇ ਉਹ ਸਾਰੇ ਸ਼ਹਿਰ ਨੂੰ ਪਤਾ ਵੀ ਪ੍ਰੋਬਲਮ ਕੀ ਆ। ਮੈਂ ਬਾਰ-ਬਾਰ ਕੁਝ ਚੀਜ਼ਾਂ ਦੁਹਰਾਉਣੀਆਂ ਨਹੀਂ ਚਾਹੁੰਦਾ ਤੇ ਹੁਣ ਅੱਜ ਵਾਲੀ ਗੱਲ ਮੈਨੂੰ ਪਤਾ ਤਾਂ ਲੱਗੀ ਆ, ਬਟ ਹਜੇ ਆਫੀਸ਼ੀਅਲ ਮੇਰੇ ਕੋਲ ਕੁਝ ਆਇਆ ਨਹੀਂ ਵੀ ਕੀ ਦਿੱਤਾ ਇਹਨਾਂ ਨੇ ਕੀ ਨਹੀਂ ਦਿੱਤਾ। ਤੇ ਆਫੀਸ਼ੀਅਲ ਜਦੋਂ ਆ ਗਿਆ ਤਾਂ ਮੈਂ ਫਿਰ ਪ੍ਰੋਪਰ ਉਹਦੇ ਬਾਰੇ ਫਿਰ ਤੁਹਾਨੂੰ ਦੱਸ। ਪਰ ਇਹ ਵੀ ਹੈ ਕਿ ਤੁਸੀਂ ਵੀ ਕਾਂਗਰਸ ਪਾਰਟੀ ਤੋਂ ਪ੍ਰਧਾਨ ਬਣੇ ਹੋ, ਤੁਹਾਡੇ ਨਾਲ ਹੀ ਸਾਰੇ ਕਾਂਗਰਸੀ ਕੌਂਸਲਰ ਹੈ ਜੀ, ਫਿਰ ਮਤਲਬ ਆਪਸ 'ਚ ਹੀ ਕਾਂਗਰਸੀ ਇੱਦਾਂ ਕਿਉਂ ਤੁਹਾਡੇ ਖਿਲਾਫ ਹੀ ਮਤਾ ਪਾਈ ਜਾਂਦੇ ਆ? ਤੁਸੀਂ ਜੀ ਪੱਤਰਕਾਰ ਹੋ ਦੇ ਉਹਦੇ ਨਾਲ ਤੁਸੀਂ ਸ਼ਹਿਰਦਾਰ ਵੀ ਹੋ, ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਵੀ ਮੈਂ ਬਾਰ-ਬਾਰ ਇੱਕੋ ਗੱਲ ਨੂੰ ਆਪਦੇ ਮੂੰਹੋਂ ਕਹਾਂ ਉਹ ਵੀ ਅੱਛਾ ਨਹੀਂ ਲੱਗਦਾ ਵੀ ਜੋ ਕੁਛ ਹੈ ਜੀ ਸਭ ਕੁਝ ਠੀਕ ਹੀ ਹੋ ਰਿਹਾ। ਮੈਂ ਤਾਂ ਇਹੀ ਕਹਿ ਸਕਦਾ, ਬਾਕੀ ਤੁਸੀਂ ਪੱਤਰਕਾਰ ਹੋ, ਤੁਸੀਂ ਆਪਦੇ ਤਰੀਕੇ ਨਾਲ ਦੇਖ ਲਓ ਵੀ ਕੀ ਪ੍ਰੋਬਲਮ ਆ, ਵੀ ਮੇਰੇ 'ਚ ਕੀ ਬੇਈਮਾਨੀ ਆ, ਕੀ ਮੈਂ ਕਮਿਸ਼ਨ ਖਾਨਾ, ਕੀ ਮੈਂ ਨੁਕਸਾਨ ਕਰਦਾ ਸ਼ਹਿਰ ਦਾ। ਅਕਾਲੀ ਨੇਤਾ ਜਗਮੀਤ ਬਰਾੜ ਅੱਜ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਉਹਨਾਂ ਆਪਣੀ ਹੀ ਪਾਰਟੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਉਹਨਾਂ ਕਿਹਾ ਕਿ ਜੋ ਫੈਸਲੇ ਅਕਾਲੀ ਦਲ ਵਿੱਚ ਲਏ ਜਾ ਰਹੇ ਹਨ ਉਹ ਠੀਕ ਨਹੀਂ ਹਨ, ਜਿਸ ਕਾਰਨ ਉਹ ਅੱਜ ਅਕਾਲ ਤਖਤ ਸਾਹਿਬ ਵਿੱਚ ਸ਼ਿਕਾਇਤ ਦੇਣ ਲਈ ਆਏ ਹਨ। ਮੈਂ ਬਹੁਤ ਧੰਨਵਾਦੀ ਤੇ ਰਿਣੀ ਹਾਂ ਕਿ ਸਿੱਖ ਕੌਮ ਦੇ ਸਭ ਤੋਂ ਮੁਕੱਦਸ ਔਰ ਸਭ ਤੋਂ ਵੱਡੇ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਰਪਾ ਕਰਕੇ ਮੈਨੂੰ ਵਕਤ ਦਿੱਤਾ। ਮੈਂ ਉਹਨਾਂ ਨੂੰ ਮਿਲ ਕੇ ਆਪਣੇ ਵੱਲੋਂ ਇੱਕ ਪੱਤਰ ਦੇ ਕੇ ਆਇਆ ਹਾਂ ਜੋ ਮੌਜੂਦਾ ਸਥਿਤੀ ਸ਼੍ਰੋਮਣੀ ਅਕਾਲੀ ਦਲ ਦੀ ਔਰ ਸਿੱਖ ਪੰਥ ਦੀ ਹੈ। ਔਰ ਮੈਨੂੰ ਇਹ ਗੱਲ ਕਹਿਣ ਲੱਗਿਆ ਬਹੁਤ ਨਿਮਾਣੇ ਸਿੱਖ ਵਜੋਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਿਉਂਕਿ ਤਖਤ ਸਾਹਿਬ ਰੱਬ ਦੀ ਅਦਾਲਤ ਤੋਂ ਬਾਅਦ ਸਿੱਖ ਕੌਮ ਲਈ ਔਰ ਸਾਡੇ ਲਈ ਸਭ ਤੋਂ ਵੱਡਾ ਸਥਾਨ ਹੈ। ਇਸ ਕਰਕੇ ਉਹਨਾਂ ਨੇ ਹੁਕਮ ਕੀਤਾ ਕਿ ਇੱਕ ਅਕਾਲੀ ਵਰਕਰ ਵਜੋਂ ਔਰ ਇੱਕ ਚੁਣੇ ਹੋਏ ਨੁਮਾਇੰਦੇ ਵਜੋਂ ਜੋ ਕਿ ਅਕਾਲੀ ਦਲ ਦੇ ਡੈਲੀਗੇਟ ਵਜੋਂ ਭਰਤੀ ਹੋਣ ਤੋਂ ਬਾਅਦ ਮੈਂ ਇੱਕ ਡੈਲੀਗੇਟ ਦੇ ਰੂਪ ਵਿੱਚ ਵੀ ਚੁਣਿਆ ਗਿਆ ਹਾਂ। ਮੈਂ ਆਪਣੇ ਸਾਰੇ ਅਹੁਦਿਆਂ ਦਾ ਅਸਤੀਫਾ ਸਿੰਘ ਸਾਹਿਬ ਦੇ ਸਨਮੁਖ ਬੇਨਤੀ ਕੀਤੀ ਹੈ ਕਿ ਮੈਂ ਬਿਨਾਂ ਕਿਸੇ ਅਹੁਦੇ ਤੋਂ ਇੱਕ ਅਕਾਲੀ ਵਰਕਰ ਦੇ ਰੂਪ ਵਿੱਚ ਪੰਜਾਬ ਦੇ ਅੰਦਰ ਦੇਸ਼ ਵਿਦੇਸ਼ ਦੇ ਅੰਦਰ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਲਈ ਆਪਣੇ ਵੱਲੋਂ ਤਕੜੇ ਹੋ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ। ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਨੂੰ ਪਹਿਲਾਂ 6 ਤਾਰੀਖ ਨੂੰ ਪਾਰਟੀ ਵੱਲੋਂ ਬੁਲਾਇਆ ਗਿਆ ਸੀ, ਲੇਕਿਨ ਉਸ ਤੋਂ ਬਾਅਦ 10 ਤਾਰੀਖ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਦੀ ਡਿਸਪਲਿਨਰੀ ਕਮੇਟੀ ਹੈ ਉਹਨਾਂ ਦੇ ਪ੍ਰਧਾਨ ਦਾ ਮੈਨੂੰ ਪੱਤਰ ਪ੍ਰਾਪਤ ਹੋਇਆ, ਪਰ ਮੈਂ ਇਹ ਮੁਨਾਸਬ ਸਮਝਿਆ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਢਾਂਚਾ ਗੈਰ ਅਧਿਕਾਰਤ ਤੌਰ ਤੇ ਭੰਗ ਕੀਤਾ ਗਿਆ, ਗੈਰ ਸੰਵਿਧਾਨਕ ਤੌਰ ਤੇ ਭੰਗ ਕੀਤਾ ਗਿਆ, ਅਕਾਲੀ ਦਲ ਦੀ ਵਰਕਿੰਗ ਕਮੇਟੀ ਭੰਗ ਨਹੀਂ ਹੋ ਸਕਦੀ ਸੀ, ਉਹ ਵੀ ਭੰਗ ਕਰ ਦਿੱਤੀ ਗਈ। ਕੋਰ ਕਮੇਟੀ, ਪੋਲੀਟੀਕਲ ਅਫੇਅਰ ਕਮੇਟੀ, ਜ਼ਿਲ੍ਹਿਆਂ ਦੇ ਜਥੇਦਾਰ ਉਹ ਭੰਗ ਕਰ ਦਿੱਤੇ ਗਏ, ਪਰ ਵਰਕਿੰਗ ਕਮੇਟੀ ਵੀ ਨਾਲ ਦੀ ਨਾਲ ਉਸ ਨੂੰ ਭੰਗ ਕੀਤਾ ਗਿਆ। ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਕੋਲ ਮਾਮੂਲੀ ਵਿਵਾਦ ਨੂੰ ਲੈ ਕੇ 35 ਸਾਲਾ ਦਵਿੰਦਰ ਸਿੰਘ ਦੀ ਅਗਿਆਤ ਵਿਅਕਤੀਆਂ ਦੁਆਰਾ ਹੱਤਿਆ ਕਰ ਦਿੱਤੀ ਗਈ। ਆਈਸ ਬ੍ਰੇਕਰ ਮਾਰ ਵਿਅਕਤੀ ਦੀ ਹੱਤਿਆ ਕੀਤੀ ਅਤੇ ਮ੍ਰਿਤਕ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਉਹ ਗੱਡੀ ਚਲਾ ਕੇ ਵਾਪਸ ਆਪਣੇ ਘਰ ਨੂੰ ਪਰਤ ਰਿਹਾ ਸੀ। ਮ੍ਰਿਤਕ ਕੋਲ ਇੱਕ 2 ਮਹੀਨੇ ਦੀ ਬੇਟੀ ਵੀ ਹੈ। ਬਹਰਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੀ ਨਾਮ ਹੈ ਭਾਜੀ? ਕੁਲਵਿੰਦਰ ਸਿੰਘ। ਕੁਲਵਿੰਦਰ ਜੀ, ਕੀ ਕਿੱਥੇ ਦੇ ਰਹਿਣ ਵਾਲੇ ਹੋ? ਜਾਲਾ ਪਿੰਡੀ ਦਾ। ਇਹ ਮਾਮਲਾ ਕੀ ਹੈ? ਕੌਣ ਹੈ ਬੰਦਾ ਜਿਹਦੀ ਮੌਤ ਹੋਈ ਹੈ? ਇਹ ਭਰਾ ਹੈ ਜੀ, ਮੇਰਾ ਵੱਡਾ ਭਰਾ ਹੈ, ਗੱਡੀ ਚਲਾਉਂਦੇ ਜੀ। ਕੀ ਨਾਮ ਸੀ ਇਹਦਾ? ਬਿੰਦਰ ਸਿੰਘ ਜੀ। ਕੱਲ ਵਿਆਹਿਆ ਸੀ ਇਹ? ਹਾਂਜੀ। ਕਿੰਨੇ ਬੱਚੇ ਆ ਇਹਦੇ? ਇੱਕ ਗੁੜੀ ਹੈ ਜੀ, 2 ਮਹੀਨਿਆਂ ਦੀ ਹੈ ਜੀ। ਗੱਡੀ ਗੁੱਡੀ ਚਲਾਉਂਦਾ ਸੀ ਇਹ? ਹਾਂ ਜੀ, ਗੱਡੀ ਕੀ ਮਾਮਲਾ ਕੀ ਹੋਇਆ ਜੋ ਇਤਨੀ? ਇਹ ਉਰੇ ਬੈਠੇ ਸੀਗੇ ਇਹਨਾਂ 'ਚ 2 ਮੁੰਡੇ ਹੋਰ ਸੀ, 3 ਗੱਡੀਆਂ ਸੀ ਇਹ। ਕੌਣ ਸੀ ਮੁੰਡੇ ਦੋਨੋਂ? ਨਾਲ ਸੀਗੇ ਕਲੋਨੀ 'ਚ, ਉੱਥੇ ਨਾਲ ਗੱਡੀਆਂ ਦੇ ਡਰਾਈਵਰ ਸੀਗੇ। ਤੇ ਕੀ ਲੱਗਦਾ ਕੁਛ ਕਿੱਦਾਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ? ਕੀ ਲੱਗਦਾ ਕਿੰਨੇ ਸਾਲ ਤੋਂ ਇਕੱਠੇ ਸੀ ਸਾਰੇ? ਇਕੱਠੇ ਤਾਂ ਹੈਗੇ ਜੀ, 5-7 ਸਾਲ ਦੇ ਇਕੱਠੇ ਨਹੀਂ। ਫਿਰ ਕੀ ਗੱਲ ਹੋਈ ਜੋ ਇਤਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ? ਹੁਣ ਪਤਾ ਨਹੀਂ ਜੀ, ਮੌਕੇ ਤੇ ਹੁਣ ਅਸੀਂ 30 ਮੁੰਡੇ ਨਾਲ ਹੀ, ਅਸੀਂ ਤਾਂ ਪਿੰਡ ਸੀਗੇ ਆਪਣੇ। ਕਿਹੜੀ ਜਗ੍ਹਾ ਤੇ ਮੌਤ ਹੋਈ ਇਹਨਾਂ ਦੀ? ਇਹ ਉਰੇ ਆਪਣੇ ਇੱਥੇ ਹੋਈ ਹੈ ਜੀ, ਕੀ ਕਹਿੰਦੇ ਨੇ, ਰੇਲਵੇ ਫਾਟਕ ਕੋਲ। ਕਿੰਨੇ ਵਜੇ ਦੀ ਵਾਰਦਾਤ ਹੈ? 12:30 1 ਵਜੇ। ਕਿੱਦਾਂ ਦੀ ਇਨਸਾਫ ਦੀ ਕਾਰਵਾਈ ਮੰਗ? ਸਾਨੂੰ ਤਾਂ ਇਨਸਾਫ ਚਾਹੀਦਾ ਜੀ, ਜਿਹੜੇ ਬੰਦੇ ਨੇ ਕਰਿਆ ਉਹਨਾਂ ਨੂੰ ਸਖਤ ਤੋਂ ਸਖਤ ਹੋਣੀ ਚਾਹੀਦੀ, ਸਜ਼ਾ ਚਾਹੀਦੀ। ਸਾਨੂੰ ਤਾਂ ਸਬੂਤ ਚਾਹੀਦਾ ਬਸ ਉਹਨਾਂ ਦਾ।
ਹੋਰ ਸਾਨੂੰ ਕੁਝ ਨਹੀਂ। ਇਹ ਮ੍ਰਿਤਕ ਦਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਜਾਲਾ ਪਿੰਡ ਦੇ ਰਹਿਣ ਵਾਲਾ ਪਿਛਲੇ ਕੁਝ ਸਮੇਂ ਤੋਂ ਇਹ ਚੌਰੇ ਪਿੰਡ 'ਚ ਰਹਿ ਰਿਹਾ ਸੀਗਾ ਤੇ ਇਹਦੀ ਕੁਝ ਨਾਮਾਲੂਮ ਬੰਦਿਆਂ ਨੇ ਇਹਦੇ ਛਾਤੀ ਦੇ ਵਿੱਚ ਖੱਬੇ ਪਾਸੇ ਸੂਆ ਮਾਰ ਕੇ ਮਤਲਬ ਕੋਈ ਤਿੱਖੀ ਨਕੀਲੀ ਚੀਜ਼ ਮਾਰ ਕੇ ਇਹਦੀ ਮਤਲਬ ਮੌਤ ਕਰਤੀ ਹੈ, ਜਿਸ ਸੰਬੰਧੀ ਮੁਕੱਦਮਾ ਦਰਜ ਹੋ ਗਿਆ ਹੈਗਾ ਤੇ ਅੱਗੇ ਤਫਤੀਸ਼ ਜਾਰੀ ਹੈ। ਇਹਨਾਂ ਦੇ ਸ਼ਰਾਬ ਦੇ ਕੋਈ ਠੇਕੇ ਤੇ ਕੋਈ ਕਰਨ ਲੱਗੇ ਕੋਈ ਤਕਰਾਰ ਹੋ ਗਈ ਹੈ, ਕੁਛ ਇਕੱਠੇ ਨਹੀਂ ਹੈਗੇ ਤੇ ਬਾਕੀ ਤਫਤੀਸ਼ ਚੱਲ ਰਹੀ ਆ। ਤਫਤੀਸ਼ ਤੋਂ ਬਾਅਦ ਪਤਾ ਲੱਗੇਗਾ ਵੀ ਕੀ ਇਹਦੀ ਇੱਕ ਮਹਿੰਦਰਾ ਪਿਕਅਪ ਸੀ, ਪਿਕਅਪ ਦੇ ਉੱਤੇ ਆਪਣਾ ਮਤਲਬ ਚਲਾਉਂਦਾ ਸੀਗਾ ਤੇ ਉਸ ਦੀ ਰੋਜੀ ਰੋਟੀ ਕਮਾਉਂਦਾ ਸੀ। ਤੇ ਹੁਣ ਸਰ ਜਾਲਾ ਕੰਮ ਤੋਂ ਹੀ ਆਇਆ ਸੀਗਾ ਤੇ ਰਹਿੰਦਾ ਤਾਂ ਫਿਲਹਾਲ ਇਹ ਚੌਰੇ ਸੀ ਨਾ ਅਜੇ, ਤੇ ਚੌਰੇ ਪਿੰਡ ਤੋਂ ਆਪਣਾ ਕੰਮ ਨਿਬੇੜ ਕੇ ਉੱਥੇ ਖੜਾ ਸੀ। ਇਹਦੇ ਵੱਲੋਂ ਮੁਕੱਦਮਾ ਆਪਣਾ ਉਹਦੇ ਭਰਾ ਦੇ ਕੁਲਵਿੰਦਰ ਸਿੰਘ ਦੇ ਬਿਆਨਾਂ ਦੇ ਉੱਤੇ ਮੁਕੱਦਮਾ ਦਰਜ ਹੋ ਚੁੱਕਾ ਹੈ। ਡਾਕਟਰ ਰਵਜੋਤ ਗਰੇਵਾਲ IPS ਸੀਨੀਅਰ ਕਪਤਾਨ ਪੁਲਿਸ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਇੰਸਪੈਕਟਰ ਅਮਰਵੀਰ ਸਿੰਘ ਇੰਚਾਰਜ CI ਸਟਾਫ ਸਰਹੰਦ ਦੀ ਅਗਵਾਈ ਵਿੱਚ CIA ਸਰਹੰਦ ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਵੀਰ ਪ੍ਰਤਾਪ ਸਿੰਘ ਵਾਸੀ ਮਕਾਨ ਨੰਬਰ 323 ਗਲੀ ਨੰਬਰ 12 शिव शक्ति नगर ऊना रोड बैक साइड साधु आश्राम ਹੁਸ਼ਿਆਰਪੁਰ ਥਾਣਾ ਸਦਰ ਹੁਸ਼ਿਆਰਪੁਰ ਦੇ 3 ਪਿਸਤੌਲ 315 ਬੋਰ ਸਮੇਤ 6 ਜਿੰਦਾ ਰੌਂਦ ਅਤੇ 2 ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 20 ਜਿੰਦਾ ਰੌਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜੀ ਅਸੀਂ 184 ਨੰਬਰ FIR ਦਰਜ ਕੀਤੀ ਹੈ ਸਰਹੰਦ ਥਾਣੇ ਦੇ ਵਿੱਚ, ਜਿਹਦੇ 'ਚ ਸਾਨੂੰ ਵੱਡੀ ਸਫਲਤਾ ਮਿਲੀ ਹੈ। CIA ਦੀ ਜਿਹੜੀ ਪੁਲਿਸ ਪਾਰਟੀ ਸੀ ਉਹਨਾਂ ਨੇ ਮੁਖਬਰੀ ਤੇ ਇੱਕ ਬੰਦੇ ਨੂੰ ਫੜਿਆ ਹੈ, ਜਿੱਥੋਂ ਸਾਨੂੰ 5 ਵੈਪਨ ਜਿਹੜੇ ਨੇ ਰਿਕਵਰ ਹੋਏ ਨੇ। ਇਸ ਬੰਦੇ ਦਾ ਨਾਮ ਵੀਰ ਪ੍ਰਤਾਪ ਸਿੰਘ ਹੈਗਾ, ਇਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਤੇ ਜਿਹੜੇ ਸਾਨੂੰ 5 ਵੈਪਨ ਇੱਥੋਂ ਰਿਕਵਰ ਹੋਏ ਨੇ ਜੀ, ਉਹਦੇ 'ਚ ਸਾਨੂੰ 315 ਬੋਰ ਦਾ ਵੈਪਨ ਰਿਕਵਰ ਹੋਇਆ। ਉਹਦੇ ਨਾਲ 6 ਕਾਰਤੂਸ ਉਹਦੇ ਬੁਲੇਟਸ ਤੇ ਜਿਹੜਾ ਬਾਕੀ 32 ਬੋਰ ਦੇ ਜਿਹੜੇ ਨੇ ਇਹਦੇ 2 ਵੈਪਨ ਰਿਕਵਰ ਹੋਏ ਤੇ 20 ਉਹਦੇ ਨਾਲ ਕਾਰਤੂਸ ਮਿਲੇ ਨੇ ਸਾਨੂੰ। ਇਸ ਬੰਦੇ ਦੀ ਪਹਿਲਾਂ ਕ੍ਰਿਮੀਨਲ ਹਿਸਟਰੀ ਇਹਦੇ ਤੇ ਚਿੱਟੇ ਦਾ ਪਰਚਾ ਹੁਸ਼ਿਆਰਪੁਰ ਦੇ ਵਿੱਚ ਦਰਜ ਹੈ ਤੇ ਇਹ ਲੋਕ ਜਿਹੜੇ ਨੇ ਜਿਹੜਾ ਇਹਨਾਂ ਦਾ ਸਾਨੂੰ ਸਸਪੈਕਟਡ ਗਰੁੱਪ ਹੈ, ਹਜੇ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ, ਪਰ ਇਹ UP ਤੋਂ ਵੈਪਨ ਮੰਗਾ ਕੇ ਤੇ ਇੱਥੇ ਕਈ ਜਿਹੜੇ ਲੋਕੇ ਤੋਂ ਵੈਪਨ ਮੰਗਾ ਰਹੇ ਸੀ ਉਹਨਾਂ ਨੂੰ ਸਪਲਾਈ ਕਰ ਰਹੇ ਸੀਗੇ ਤੇ ਇਸ ਕੇਸ ਦੇ ਵਿੱਚ ਅਸੀਂ ਹਜੇ ਇਨਵੈਸਟੀਗੇਸ਼ਨ ਹੋਰ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਵੀ ਇਹਦੇ 'ਚ ਹੋਰ ਵੀ ਖੁਲਾਸੇ ਹੋਣਗੇ। DSP ਸੁਖਵੀਰ ਸਿੰਘ ਨੇ ਦੱਸਿਆ ਕਿ ਕਮਲਜੀਤ ਬਾਂਸਲ ਪੁੱਤਰ ਦਰਸ਼ਨ ਕੁਮਾਰ ਬਾਂਸਲ ਵਾਸੀ SST ਨਗਰ ਪਟਿਆਲਾ ਨੇ ਬਿਆਨ ਦਰਜ ਕਰਵਾਇਆ ਕਿ ਉਹਨਾਂ ਜ਼ਮੀਨ ਪਿੰਡ ਨਲੀਨੀ ਵਿਖੇ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਵੱਡੇ ਵਡੇਰੇ ਅਤੇ ਸਤੀ ਮਾਤਾ ਦਾ ਪੁਰਾਤਨ ਧਾਰਮਿਕ ਸਥਾਨ ਬਣਾਇਆ ਹੋਇਆ, ਜਿੱਥੇ ਕਿ ਇਲਾਕੇ ਦੇ ਲੋਕ ਪੂਜਾ ਕਰਦੇ ਹਨ। ਜਦੋਂ ਸਵੇਰੇ ਇਸ ਸਥਾਨ ਤੇ ਆਏ ਤਾਂ ਪੁਰਾਤਨ ਸਥਾਨਕ ਸਮਾਧਾਂ ਤੇ ਗੁੰਬਦ ਪੁੱਟ ਕੇ ਸੁੱਟੇ ਹੋਏ ਸਨ। ਉਸਨੇ ਦੱਸਿਆ ਹੈ ਕਿ ਇਹਨਾਂ ਪੁਰਾਤਨ ਸਮਾਧਾਂ ਨੂੰ ਜਸਪ੍ਰੀਤ ਸਿੰਘ ਜੱਸੀ ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਬਛੋਤੀ ਕਲਾਂ ਨੇ ਅਣਪਛਾਤੇ ਵਿਅਕਤੀਆਂ ਨਾਲ ਸਮਾਧਾਂ ਨੂੰ ਨਸ਼ਟ ਕਰਨ ਦੀ ਨੀਅਤ ਨਾਲ ਢਹਿ ਢੇਰੀ ਕੀਤਾ ਹੈ। 5/12/2022 ਦਾ ਪਿੰਡ ਨਲੀਨੀ ਦਾ ਮੈਟਰ ਆ, ਜਿਹਦੇ ਵਿੱਚ ਸਮਾਧਾਂ ਦੀ ਜਗ੍ਹਾ ਨੂੰ ਲੈ ਕੇ ਕਮਲਜੀਤ ਬਾਂਸਲ ਨੇ ਸ਼ਿਕਾਇਤ ਕੀਤੀ ਕਿ ਵੀ ਜਿਹੜੀਆਂ ਸਮਾਧਾਂ ਸੀ ਪੁਰਾਣੀਆਂ, ਇਸ ਨੂੰ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਰਘਵੀਰ ਸਿੰਘ ਵਾਸੀ ਬਦੋਸ਼ੀ ਕਲਾਂ ਵੱਲੋਂ ਤੋੜਿਆ ਗਿਆ, ਜਿਸ ਦੇ ਖਿਲਾਫ ਮੁਕੱਦਮਾ ਨੰਬਰ 91 ਮਿਤੀ 5/12/2022 ਅਧੀਨ ਧਾਰਾ 295A IPC PS ਮੂਲੇਪੁਰ ਦਰਜ ਰਜਿਸਟਰ ਕੀਤਾ ਗਿਆ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀ ਗ੍ਰਿਫਤਾਰ ਹੋਇਆ ਇਹਦੇ ਵਿੱਚ? ਅਜੇ ਦੋਸ਼ੀ ਗ੍ਰਿਫਤਾਰ ਨਹੀਂ ਹੋਇਆ ਤੇ ਬਾਕੀ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਗਿੱਦੜਪਿੰਡੀ ਦੇ ਸਤਲੁਜ ਦਰਿਆ ਤੇ ਚੱਕਾ ਜਾਮ ਕਰਕੇ ਲੱਗੇ ਧਰਨੇ ਦੌਰਾਨ ਧਰਨੇ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਬਿਕਰਮ ਮਡਾਲਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੋੜਵੰਦ ਕੁਝ ਲੋਕ ਸਤਲੁਜ ਦਰਿਆ ਦੇ ਕਿਨਾਰੇ ਤੇ ਕਾਨਿਆਂ ਦੀ ਕਟਾਈ ਕਰ ਰਹੇ ਸਨ। ਤਦ ਥਾਣਾ ਕਬੀਰਪੁਰ ਦੇ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਡਰਾਇਆ, ਜਿਸ ਦੌਰਾਨ ਇੱਕ ਲੜਕਾ ਅਮਰਜੀਤ ਪੁੱਤਰ ਮੁਹੰਮਦਰ ਵਾਸੀ ਪਿੰਡ ਮਸ਼ੂ ਮਾਸ਼ੀ ਡਰਦਾ ਹੋਇਆ ਦਰਿਆ ਦੇ ਗਹਿਰੇ ਪਾਣੀ ਵਿੱਚ ਭੱਜ ਗਿਆ, ਜਿਸ ਤੋਂ ਵਾਪਸ ਨਹੀਂ ਪਰਤਿਆ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਕਿ ਸਾਡੇ ਜਿਹੜੀ ਆ ਮਜ਼ਦੂਰਾਂ ਦੀ ਹਾਲਤ ਜਿਹੜੀ ਆ ਬਹੁਤ ਹੀ ਬੱਤਰ ਆ, ਬਹੁਤ ਖਸਤਾ ਹੋ ਚੁੱਕੀ ਆ। ਜਿਹੜੀ ਮਹਿੰਗਾਈ ਆ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਆ। ਮਹਿੰਗਾਈ ਨੇ ਮਜ਼ਦੂਰਾਂ ਦਾ ਲੱਕ ਤੋੜ ਰੱਖਿਆ ਹੈ ਤੇ ਵਿਚਾਰੇ ਮਜ਼ਦੂਰ ਸਾਡੇ ਜਿਹੜੇ ਆ ਉਹ ਆਪਣੇ ਪਸ਼ੂਆਂ ਵਾਸਤੇ ਜਾਂ ਕਹਿ ਲਓ ਕਿ ਉਹ ਥੋੜਾ ਬਹੁਤਾ ਦਾ ਸਿਰ ਢਕਾ ਵਾਸਤੇ ਇੱਕ ਕਾਨੇ ਵੱਢ ਰਹੇ ਸੀਗੇ। ਕਾਨੇ ਵੱਢ ਰਹੇ ਸੀ। ਪੰਜਾਬ ਪੁਲਿਸ ਜਿਹੜੀ ਹੈ ਇੱਥੋਂ ਦੀ ਲੋਕਲ ਪੁਲਿਸ ਜਿਹੜੀ ਆ
ਉਹਨਾਂ ਨੇ ਉਹਨਾਂ ਨਾਲ ਇਦਾਂ ਦਾ ਵਿਵਹਾਰ ਕੀਤਾ ਕਿ ਜਿੱਦਾਂ ਉਹ ਅੱਤਵਾਦੀ ਹੁੰਦੇ, ਗੈਂਗਸਟਰ ਹੁੰਦੇ ਆ। ਪੁਲਿਸ ਉਹਨਾਂ ਦੇ ਮਗਰ ਲੱਗੀ, ਉਹਨਾਂ ਨੂੰ ਲਗਾਤਾਰ ਜਿਹੜਾ ਧਮਕੀਆਂ ਦਿੱਤੀਆਂ ਗਈਆਂ ਕਿ ਤੁਹਾਡੇ ਤੇ ਫਾਇਰਿੰਗ ਕਰਾਂਗੇ ਜੇ ਤੁਸੀਂ ਨਾ ਰੁਕੇ। ਇੱਕ ਸਾਡਾ ਜਿਹੜਾ ਨੌਜਵਾਨ ਸਾਥੀ ਹੈ ਉਹ ਵਿਚਾਰਾ ਪੁਲਿਸ ਤੋਂ ਡਰਦਾ ਹੋਇਆ ਆਪਦੀ ਜਾਨ ਨੂੰ ਬਚਾਉਂਦਾ ਹੋਇਆ ਦਰਿਆ ਦੇ ਵਿੱਚ ਵੜ ਗਿਆ, ਜਿਹਦੇ ਕਾਰਨ ਉਹ ਤੋਂ ਨਿਕਲਿਆ ਨਹੀਂ ਗਿਆ, ਉਹਦੀ ਮੌਤ ਹੋ ਗਈ। ਅਸੀਂ ਇਸ ਕਰਕੇ ਇਸ ਪੁਲ ਦੇ ਉੱਤੇ ਅੱਜ ਜਿੰਨੇ ਵੀ ਇਲਾਕੇ ਦੇ ਮਜ਼ਦੂਰ ਆ ਉਹ ਇਕੱਠੇ ਹੋਏ ਆ। ਜਿੰਨਾ ਟਾਈਮ ਉਸ ਮਜ਼ਦੂਰ ਨੂੰ ਨਿਆਂ ਨਹੀਂ ਮਿਲਦਾ, ਜਿੰਨੀਆਂ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਵਿੱਚ ਪਹੁੰਚੀਆਂ ਹੋਈਆਂ ਸਤਿਕਾਰਯੋਗ ਹੈ ਸਾਡੀ ਜਿਹੜੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ, ਅਸੀਂ ਇਸ ਲੜਾਈ ਨੂੰ ਉਹਨਾਂ ਟਾਈਮ ਬਾਅਦ ਦਸਤੂਰ ਜਾਰੀ ਰੱਖਾਂਗੇ। ਜੁਆਇੰਟ ਆਪਰੇਸ਼ਨ ਕੀਤਾ ਸੀ, ਕਰੀਬ ਸਾਡੇ 40 ਬੰਦੇ ਸ਼ਾਮਲ ਹੋਏ ਸੀਗੇ ਤੇ ਸਾਈ ਨੇ ਕੋਈ ਚਲਦੀ ਭੱਠੀ ਵਗੈਰਾ ਫੜੀ ਸੀ, ਉਹਦੇ ਵਿੱਚ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਸੀ। ਉਸ ਤੋਂ ਇਲਾਵਾ ਕੋਈ ਬੱਚਾ ਸੀਗਾ, ਪਤਾ ਨਹੀਂ ਕਿਸ ਤਰ੍ਹਾਂ ਡੁੱਬ ਕੇ ਮਰਿਆ ਹੈ ਜਾਂ ਕਿਹੜੀ ਪ੍ਰੋਬਲਮ ਨਾਲ ਮਰਿਆ ਹੈ। ਜਥੇਬੰਦੀਆਂ ਇਹ ਮੰਗ ਕਰ ਰਹੀਆਂ ਨੇ ਕਿ ਇਹਨਾਂ ਨੂੰ ਸਾਫ਼ ਦਵਾਇਆ ਜਾਵੇ ਔਰ ਅਸੀਂ ਦੁਬਾਰਾ ਸੈੱਟ ਬਣਾ ਕੇ ਤੇ ਇਹਨਾਂ ਦੇ ਮੁਤਾਬਕ ਕੋਸ਼ਿਸ਼ ਕਰਦੇ ਹਾਂ ਕਿ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ। ਮੋਗਾ ਵਿੱਚ ਅਵਾਰਾ ਗਊਆਂ ਦਾ ਸਿਲਸਿਲਾ ਵਧਦਾ ਜਾ ਰਿਹਾ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ। ਹਾਲਾਂਕਿ ਸਰਕਾਰ ਗਊ ਸੈਂਸ ਦੇ ਰੂਪ ਵਿੱਚ ਲੋਕਾਂ ਤੋਂ ਕਰੋੜਾਂ ਰੁਪਏ ਇਕੱਠੇ ਕਰਦੀ ਹੈ, ਪਰ ਉਹ ਪੈਸਾ ਜਾਂਦਾ ਕਿੱਥੇ ਹੈ ਕਿਸੇ ਨੂੰ ਨਹੀਂ ਪਤਾ। ਅੱਜ ਇਸੇ ਰੋਸ ਵਿੱਚ ਧਰਮ ਰੱਖਿਆ ਮੰਚ ਦੇ ਆਗੂਆਂ ਨੇ ਨਗਰ ਨਿਗਮ ਮੋਗਾ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਅੱਜ ਜਿਹੜਾ ਅਸੀਂ ਆਏ ਆ, ਜਿਹੜੇ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਹੈ, ਆਪਣੇ ਮੇਅਰ ਸਾਹਿਬ ਹੈ, ਕਮਿਸ਼ਨਰ ਸਾਹਿਬ ਹੈ, ਉਹ ਕਾਫੀ ਸਾਲਾਂ ਤੋਂ ਸੁੱਤੇ ਹੋਏ ਆ। ਜਿਹੜੀਆਂ ਬੇਸਹਾਰਾ ਗਊਆਂ ਜਿਹੜੀਆਂ ਹੈਗੀਆਂ ਉਹ ਰੋਡਾਂ ਤੇ ਸੜਕਾਂ 'ਤੇ ਤੁਰੀਆਂ ਫਿਰਦੀਆਂ, ਉਹ ਸੜਕਾਂ 'ਤੇ ਜਾਣ ਕਰਕੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਉਸ ਬੇਸਹਾਰਾ ਗਊਆਂ ਨਾਲ। ਕਿਉਂਕਿ ਬੇਸਹਾਰਾ ਪਸ਼ੂ ਜਦੋਂ ਭੱਜਦੇ ਆ, ਕੋਈ ਲੜਾਈ ਹੁੰਦੀ ਹੈ, ਉਹਨਾਂ ਵਿੱਚ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਉਹ ਸਾਡੇ ਕਈ ਲੋਕ ਇਹਦੇ ਜਾਨ ਗਵਾ ਚੁੱਕੇ ਆ ਔਰ ਇਹਦੇ ਘੱਟੋ ਘੱਟ ਨਹੀਂ ਹੈ 15-20 ਜਾਣੇ ਮਰ ਚੁੱਕੇ ਆ। ਉਹਦੇ 'ਚ ਲੇਡੀਜ਼ ਵੀ ਸੀ, ਜੈਂਟਸ ਵੀ ਸੀ, ਕੁਝ ਪੁਲਿਸ ਅਧਿਕਾਰੀ ਵੀ ਹੈ ਜਿਨ੍ਹਾਂ ਦੀ ਜਾਨ ਜਾ ਚੁੱਕੀ ਹੈ। ਇਹ ਨਗਰ ਨਿਗਮ ਜਿਹੜਾ ਹੈਗਾ ਸੁੱਤਾ ਪਿਆ ਹੈਗਾ। ਅੱਜ ਅਸੀਂ ਇਹਨਾਂ ਨੂੰ ਜਗਾਉਣ ਵਾਸਤੇ ਜਿਹੜਾ ਤਸਲਾ ਵਜਾਇਆ ਹੈਗਾ, ਡੁਗਡੁਗੀ ਵਜਾਈ ਆ। ਅਸੀਂ ਕਹਿੰਦੇ ਨਗਰ ਨਿਗਮ ਵਾਲੋ ਜਾਗੋ, ਇਹ ਜਿਹੜਾ ਕੌਸੈਸ ਤੁਸੀਂ ਲੈ ਰਹੇ ਹੋ ਉਹਨੂੰ ਸਹੀ ਥਾਂ 'ਤੇ ਲਗਾਓ। ਇਹ ਜਿਹੜੀਆਂ ਬੇਸਹਾਰਾ ਗਊਆਂ ਹੈਗੀਆਂ ਇਹਨਾਂ ਵਾਸਤੇ ਇੱਕ ਨੰਦੀਸ਼ਾਲਾ ਬਣਾਇਆ ਜਾਵੇ। ਇਹ ਜਿੰਨੀਆਂ ਵੀ ਕੌਸੈਸ ਤੁਹਾਨੂੰ ਆ ਰਿਹਾ, ਚਾਹੇ ਬਿਜਲੀ ਦੇ ਬਿੱਲ 'ਚ ਕੌਸੈਸ ਆ ਰਿਹਾ, ਕੋਈ ਨਵੀਂ ਚੀਜ਼ ਲੈਂਦੇ ਆਪਾਂ, ਕਾਰ ਲੈਂਦੇ ਆ, ਮੋਟਰਸਾਈਕਲ ਲੈਂਦੇ ਆ, ਉਹਦੇ ਵਿੱਚ ਵੀ ਕੌਸੈਸ ਆ ਰਿਹਾ। ਉਹ ਅਗਰ ਆਪਾਂ ਸ਼ਰਾਬ ਦੀ ਬੋਤਲ ਲੈਣ ਵੀ ਜਾਂਦੇ ਹਾਂ, ਸ਼ਰਾਬ ਦੀ ਬੋਤਲ ਦੇ ਵਿੱਚ ਵੀ ਕੌਸੈਸ ਲੈ ਰਹੇ ਆ। ਇਹ ਕਈ ਥਾਵਾਂ ਤੋਂ ਕੌਸੈਸ ਆ ਰਿਹਾ, ਪਰ ਲੱਗ ਕਿੱਥੇ ਰਿਹਾ ਉਹ ਕੋਈ ਨਗਰ ਨਿਗਮ ਦਾ ਅਧਿਕਾਰੀ ਕੋਈ ਨਹੀਂ ਦੱਸ ਰਿਹਾ। ਅਸੀਂ ਮੇਅਰ ਸਾਹਿਬ ਨੂੰ ਇਹ ਗੱਲ ਪਹਿਲਾਂ ਵੀ ਦੱਸੀ ਜੀ, ਗਊਆਂ ਜਿਹੜੀਆਂ ਬੇਸਹਾਰਾ ਗਊਆਂ ਵਾਸਤੇ ਕੁਛ ਨਾ ਕੁਛ ਤਾਂ ਤੁਸੀਂ ਕਰੋ, ਪਰ ਇਹ ਨਗਰ ਨਿਗਮ ਜਿਹੜਾ ਸੁੱਤਾ ਪਿਆ ਇਹ ਕੋਈ ਜਾਗ ਨਹੀਂ ਰਿਹਾ। ਅਸੀਂ ਅੱਜ ਜਗਾਉਣ ਵਾਸਤੇ ਇਹ ਜਿਹੜੀ ਡੁਗਡੁਗੀ ਦਾ ਇਸਤੇਮਾਲ ਕੀਤਾ, ਅਸੀਂ ਇਹਨਾਂ ਨੂੰ ਜਗਾਉਣ ਆਏ ਹਾਂ। ਅਸੀਂ ਇਹ ਜੇ ਨਾ ਜਾਗੇ ਅਸੀਂ ਸੰਖ ਵਜਾਵਾਂਗੇ, ਸੰਖ ਵਜਾ ਕੇ ਜੰਗ ਦਾ ਐਲਾਨ ਕਰਾਂਗੇ। ਜਿਹੜੇ ਅਵਾਰਾ ਪਸ਼ੂ ਹੈਗੇ, ਜਿਹੜਾ ਹਸਬੈਂਡਰੀ ਡਿਪਾਰਟਮੈਂਟ ਆ, ਉਹਨਾਂ ਦਾ ਫਰਜ਼ ਬਣਦਾ ਚੱਕ ਕੇ ਉਹਨਾਂ ਨੂੰ ਛੱਡ ਕੇ ਆਉਣ ਉੱਥੇ। ਜੇ ਕਈ ਗਊਸ਼ਾਲਾ ਵਾਲੇ ਵੀ ਸ਼ਾਮ ਨੂੰ ਛੱਡ ਦਿੰਦੇ ਆ, ਉਹਨਾਂ 'ਤੇ ਐਕਸ਼ਨ ਹੋਣਾ ਚਾਹੀਦਾ। ਜਿਹੜਾ ਕੌਸੈਸ ਲਿਆ ਜਾਂਦਾ ਉਹ ਇਹ ਗਊਸ਼ਾਲਾ ਵਾਲਿਆਂ ਨੂੰ ਸਰਕਾਰ ਪੈਸੇ ਦਿੰਦੀ ਆ। ਮੇਰਾ ਖਿਆਲ ਆ 30 ਰੁਪਏ ਪਰ ਪਸ਼ੂ ਜਿਹੜਾ ਹੈਗਾ ਇਹਨਾਂ ਨੂੰ ਡੇਲੀ ਦਾ ਮਿਲਦਾ ਗਊਸ਼ਾਲਾ ਵਾਲਿਆਂ ਨੂੰ। ਲੇਕਿਨ ਬਹੁਤ ਸਾਰੀਆਂ ਜਾਨਾਂ ਸ਼ਹਿਰ ਦੇ ਵਿੱਚੋਂ ਗਊਆਂ ਦੀ ਅਵਾਰਾ ਪਸ਼ੂਆਂ ਕਰਕੇ, ਟੱਟਿਆਂ ਕਰਕੇ ਜਾ ਚੁੱਕੀਆਂ। ਮੋਗਾ ਵਿੱਚ ਪੁਲਿਸ ਕਰਮਚਾਰੀ ਸਤਨਾਮ ਸਿੰਘ ਆਪਣੀ ਡਿਊਟੀ ਤੋਂ ਇਲਾਵਾ ਸਮਾਜ ਸੇਵਾ ਦੇ ਕੰਮ ਵੀ ਕਰਦਾ ਹੈ ਤੇ ਨੌਜਵਾਨਾਂ ਨੂੰ ਮੁਫਤ ਵਿੱਚ ਪੁਲਿਸ ਤੇ ਫੌਜ ਵਿੱਚ ਭਰਤੀ ਹੋਣ ਦੀ ਟ੍ਰੇਨਿੰਗ ਵੀ ਦਿੰਦਾ ਹੈ। ਏਐਸਆਈ ਸਤਨਾਮ ਸਿੰਘ ਨੇ ਕਿਹਾ ਹੈ ਕਿ ਉਸ ਨੂੰ ਸਮਾਜ ਸੇਵਾ ਦੇ ਕੰਮ ਕਰਨਾ ਚੰਗਾ ਲੱਗਦਾ ਹੈ ਤੇ ਇਸ ਲਈ ਸਰਕਾਰ ਉਸ ਨੂੰ ਸਨਮਾਨਿਤ ਵੀ ਕਰ ਚੁੱਕੀ ਹੈ। ਸਰ ਬਹੁਤ ਵਧੀਆ ਲੱਗ ਰਿਹਾ ਸਰ, ਸਾਨੂੰ ਫਿਜ਼ੀਕਲ ਟ੍ਰੇਨਿੰਗ ਦੇ ਨਾਲ ਸਟੱਡੀ ਵੀ ਕਰਵਾ ਰਹੇ ਆ ਫ੍ਰੀ ਆਫ ਕਾਸਟ, ਜੋ ਕਿ ਸਾਡੇ ਲਈ ਬਹੁਤ ਵਧੀਆ ਵਾ। ਪਹਿਲਾਂ ਅਸੀਂ ਫਿਜ਼ੀਕਲ ਟ੍ਰੇਨਿੰਗ ਕਰਦੇ ਸੀਗੇ ITI ਪੁਲਿਸ ਲਾਈਨ ਦੇ ਵਿੱਚ, ਉੱਥੇ ਵੀ ਸਾਨੂੰ ਸਰ ਬਹੁਤ ਵਧੀਆ ਗਾਈਡ ਕਰਦੇ ਸੀਗੇ। ਹੁਣ ਸਾਨੂੰ ਇੱਥੇ 10 ਜੁਲਾਈ ਤੋਂ ਫਿਰ ਤੋਂ ਸਟਾਰਟ ਕੀਤੀ ਹੋਈ ਆ ਟ੍ਰੇਨਿੰਗ। ਕਿੰਨੇ ਬੱਚੇ ਤੁਸੀਂ ਇਸ ਵੇਲੇ ਟ੍ਰੇਨਿੰਗ ਕਰ ਰਹੇ ਹੋ? ਸਰ 10 ਤੋਂ 12 ਕੁੜੀਆਂ ਸੀ। ਤੇ ਤੁਹਾਨੂੰ ਇਹਨਾਂ ਰੈਫਰੈਂਸ ਕਿਵੇਂ ਮਿਲਿਆ ਜੀ, ਇਸ ਤਰ੍ਹਾਂ ਟ੍ਰੇਨਿੰਗ ਦਿੰਦੇ ਹੈਗੇ ਆ ਫ੍ਰੀ ਆਫ ਕਾਸਟ? ਸਰ ਅਸੀਂ ਇਹਨਾਂ ਦੇ ਸਰ ਦੇ ਫੇਸਬੁੱਕ ਪੇਜ ਤੇ ਵੇਖਿਆ ਸੀਗਾ, ਬਾਕੀ 2 ਸਾਲ ਪਹਿਲਾਂ ਸਰ ਸਾਡੇ ਨਾਲ ਜੁੜੇ ਹੋਏ ਆ। ਸਰ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ASI ਸਤਨਾਮ ਸਿੰਘ ਜੀ ਦਾ, ਤੇ ਦੂਸਰੇ ਸਰ ਸਾਡੇ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਵਾਈ ਆ ਤੇ ਮੈਂ ਉਹਨਾਂ ਦਾ ਬਹੁਤ ਰਿਣੀ ਆ ਜੀ, ਜਿਨ੍ਹਾਂ ਦੇ ਅੱਜ ਮਿਹਨਤ ਦੇ ਸਦਕਾ ਮੈਂ SI ਦਾ ਐਗਜ਼ਾਮ ਕਲੀਅਰ ਕਰ ਲਿਆ ਵਾ ਜੀ। ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ
ਮੇਰੇ ਇਲਾਕੇ ਨੂੰ, ਮੇਰੇ ਘਰ ਮਾਂ ਪਿਓ ਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਜੀ। ਸਰ ਮੈਂ 2 ਸਾਲ ਤੋਂ ਇਹਨਾਂ ਨਾਲ ਜੁੜਿਆ। ਜਿਹੜੀ ਭਰਤੀ ਆਈ ਸੀਗੀ 21 ਦੇ ਵਿੱਚ, ਉਦੋਂ ਅਸੀਂ ਪੁਲਿਸ ਲਾਈਨ ITI ਦੇ ਵਿੱਚ ਮਿਹਨਤ ਕਰਦੇ ਹੁੰਦੇ ਸੀਗੇ। ਉੱਥੇ ਫਿਜ਼ੀਕਲ ਦੀ ਤਿਆਰੀ ਵੀ ਸੀਗੀ ਤੇ ਹੋਰ ਵੀ ਟੀਚਰ ਸਾਹਿਬਾਨ ਸੀਗੇ ਜਿਹੜੇ ਉੱਥੇ ਸਾਨੂੰ ਪੇਪਰ ਦੀ ਤਿਆਰੀ ਕਰਵਾਉਂਦੇ ਹੁੰਦੇ ਸੀ। ਕਲਾਸ ਲੱਗਦੀ ਹੁੰਦੀ ਸੀ ਜੀ ਉੱਥੇ। ਮੇਰਾ ਸਾਰੇ ਬੱਚਿਆਂ ਨੂੰ, ਜਿੰਨੀਆਂ ਵੀ ਮੇਰੀਆਂ ਭੈਣਾਂ ਨਾਲ ਜੁੜੀਆਂ ਹੋਈਆਂ, ਇਹੀ ਸੰਦੇਸ਼ ਹੈ ਜੀ, ਵੱਧ ਤੋਂ ਵੱਧ ਫਿਜ਼ੀਕਲ ਦੀ ਤਿਆਰੀ ਕਰੋ ਤੇ ਪੇਪਰ ਦੀ ਤਿਆਰੀ ਕਰੋ। ਦੋਨੋਂ ਤਿਆਰੀਆਂ ਕਰਨੀਆਂ ਪੈਣੀਆਂ, ਫੇਰ ਹੀ ਜਾ ਕੇ ਆਪਾਂ ਅੱਗੇ ਵੱਧ ਸਕਦੇ ਹਾਂ। ਇਹਨਾਂ ਨਾਲ ਮੈਂ ਪਿਛਲੇ 2 ਸਾਲ ਤੋਂ ਜੁੜਿਆ। ਫੇਸਬੁੱਕ ਪੇਜ ਤੋਂ ਪਤਾ ਲੱਗਿਆ ਸੀਗਾ ਕਿ ਪੰਜਾਬ ਪੁਲਿਸ ਜਿਹੜੀ ਹੈ ਉਹ ਫ੍ਰੀ ਕੋਚਿੰਗ ਦੇ ਰਹੀ ਹੈ ਬੱਚਿਆਂ ਨੂੰ। ਤਾਂ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਤਾਂ ਸਤਨਾਮ ਜੀ ਦਾ ਮੈਨੂੰ ਨੰਬਰ ਮਿਲਿਆ। ਤਾਂ ਇਹਨਾਂ ਨਾਲ ਪਿਛਲੇ ਅਸੀਂ ਜਦੋਂ ਪਹਿਲੀ ਕੋਚਿੰਗ ਜਿਹੜੀ 700-800 ਬੱਚਾ ਸੀ, ਜਿਹਦੇ 'ਚ ਸਾਡੇ ਮਾਨਯੋਗ SSP ਨਬੂਲੇ ਜੀ, ਉਹਨਾਂ ਦੀ ਵਾਈਫ ਵੀ ਜਿਹੜੀ ਆ, ਉਹਨਾਂ ਨੇ ਵੀ ਤਿਆਰੀ ਕਰਵਾਈ ਬੱਚਿਆਂ ਨੂੰ। ਤਾਂ ਉਹਨਾਂ ਦੇ ਨਾਲ ਅਸੀਂ ਜਿਹੜੇ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਦੀ ਜਿਹੜੀ ਲਿਖਤੀ ਪ੍ਰੀਖਿਆ ਹੈਗੀ ਆ ਉਹਦੀ ਤਿਆਰੀ ਕਰਵਾਈ ਸੀ। ਹੁਣ ਉਸ ਤੋਂ ਬਾਅਦ ਕੁਝ ਬੱਚੇ ਜਿਹੜੇ ਆ ਸਾਡੇ ਹੁਣ ਕੰਟੈਕਟ ਵਿੱਚ ਹੈਗੇ ਆ, ਉਹਨਾਂ ਨੂੰ ਵੀ ਮੈਂ ਜਿਹੜਾ ਹੈਗਾ ਉਹਨਾਂ ਨੂੰ ਜਿਹੜੀ ਰਿਟਨ ਤਿਆਰੀ ਹੈਗੀ ਆ ਜਨਰਲ ਨੌਲੇਜ ਦਾ, ਉਹ ਤਿਆਰੀ ਕਰਵਾ ਰਿਹਾ ਹੈਗਾ। ਤੇ ਤਾਂ ਕਿ ਸਤਨਾਮ ਜੀ ਨੂੰ ਹੋਰ ਹੌਸਲਾ ਮਿਲੇ। ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ। ਅੰਮ੍ਰਿਤਸਰ ਦੇ ਪਿੰਡ ਦੁਬਰਜੀ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ 2 ਬੱਚਿਆਂ ਦੀ ਮਾਂ ਨੇ ਆਪਣੇ ਆਪ ਨੂੰ ਮੌਤ ਦੇ ਗਲੇ ਲਗਾ ਲਿਆ। ਪੇਕੇ ਪਰਿਵਾਰ ਮੁਤਾਬਿਕ ਮਰਨ ਵਾਲੀ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ ਤੇ ਅਕਸਰ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ, ਜਿਸ ਤੋਂ ਦੁਖੀ ਹੋ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਣਯੋਗ ਹੈ ਕਿ ਮਰਨ ਵਾਲੀ ਦੇ 2 ਬੱਚੇ ਹਨ। ਬਹਰਾਲ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਮ ਸੁਰਜੀਤ ਸਿੰਘ ਹੈ, ਪਿੰਡ ਬੈਂਸਵਾਲ। ਮੈਂ ਕੁੜੀ ਦਾ ਮਾਮਾ ਲੱਗਣਾ। ਇਹ ਸਾਡੀ ਭੈਣ ਜੀ ਦੀ ਕੁੜੀ ਹੈ ਤੇ ਸਾਨੂੰ ਸਵੇਰੇ 12:30 ਵਜੇ ਫੋਨ ਕਿਹਾ ਹੈ ਕਿ ਇਦਾਂ ਕੁੜੀ ਤੁਹਾਡੀ ਨੇ ਸੁਸਾਈਡ ਕਰ ਲਈ, ਜਦ ਕਿ ਸਾਡਾ ਬੱਚਾ ਬਹੁਤ ਦਲੇਰ ਸੀ। ਅਸੀਂ ਉਹਦੇ ਮਾਮੇ ਸਿੰਘ ਆਪਣੇ ਆਪ ਨੂੰ ਕਹਾਉਂਦੇ ਹਾਂ ਬਹਾਦਰ ਪਰਿਵਾਰ ਵਿੱਚ ਰੱਖਣ ਵਾਲੇ, ਗੁਰੂ ਨਾਨਕ ਨੂੰ ਮੰਨਣ ਵਾਲੇ। ਸਾਡਾ ਬੱਚਾ ਕਦੀ ਸੁਸਾਈਡ ਨਹੀਂ ਕਰ ਸਕਦਾ। ਜਦੋਂ ਉਹਨਾਂ ਨੇ ਫੋਨ ਕੀਤਾ, ਬਾਅਦ ਅਚਾਨਕ ਪਹਿਲਾਂ ਕਿਹਾ ਰੱਸੀ ਪਾਈ, ਗਲ 'ਚ ਚੁੰਨੀ ਪਾਈ, ਜਦ ਕਿ ਉਹ ਰੱਸੀ ਦਾ ਨਿਸ਼ਾਨ ਹੈ। ਜਿਹੜੇ ਇੱਥੇ ਘਰ 'ਚ ਕੰਮ ਕਰਨ ਵਾਲੇ ਉਹਨਾਂ ਦੱਸਿਆ ਰੱਸੀ, ਪਰ ਰੱਸੀ ਇਹਨਾਂ ਗਾਇਬ ਕਰ ਦਿੱਤੀ। ਸਾਨੂੰ ਇਹਨਾਂ ਦੇ ਸ਼ੱਕ ਹੈ ਕਿ ਇਹਨਾਂ ਨੇ ਬੱਚੀ ਨੂੰ ਮਾਰ ਕੇ ਟੰਗਿਆ ਉੱਪਰ ਪੱਖੇ ਦੇ ਉੱਤੇ। ਪੱਖੇ ਦੀ ਹਾਈਟ ਤਕਰੀਬਨ 9 ਫੁੱਟ ਤੋਂ ਜ਼ਿਆਦਾ ਹਾਈਟ ਹੈ ਛੱਤ ਦੀ, ਜਦ ਕਿ ਬੱਚੀ ਦੀ ਹਾਈਟ 5 ਫੁੱਟ 3 ਇੰਚ। ਤੁਸੀਂ ਆਪ ਉਸ ਟੇਬਲ 'ਤੇ 2 ਫੁੱਟ ਦਾ ਥੱਲੇ ਟੇਬਲ ਰੱਖ ਕੇ ਕਦੀ ਹੱਥ ਨਹੀਂ ਪਹੁੰਚ ਸਕਦਾ। ਸਾਨੂੰ ਇਸ ਕਰਕੇ ਸ਼ੱਕ ਹੈ ਇਹਨਾਂ ਕੁੜੀ ਨੂੰ ਮਾਰ ਕੇ ਬਾਅਦ 'ਚ ਟੰਗਿਆ। ਕਿਰਪਾ ਕਰਕੇ ਇਸ ਚੀਜ਼ ਦਾ ਪ੍ਰਸ਼ਾਸਨ ਕੋਲ ਅਸੀਂ ਡਿਮਾਂਡ ਕਰਦੇ ਹਾਂ ਕਿ ਇਹਦੀ ਕੇਸ ਦੀ ਇਨਕੁਆਇਰੀ ਕੀਤੀ ਜਾਵੇ। ਨੰਬਰ 2 ਤੇ ਅਸੀਂ ਗੱਲ ਕਰਨਾ ਚਾਹੁੰਦੇ ਜਿਹੜਾ ਸਾਡਾ ਜਵਾਈ ਸੀ, ਕੁੜੀ ਦੀ ਕਾਲ ਫਾਰਵਰਡ ਕੀਤੀ ਉਹਨੇ। ਜਦੋਂ ਅਸੀਂ ਕੋਈ ਸਾਡੇ ਭੈਣ ਜੀ ਜਾਂ ਸਾਡੇ ਜੀਜਾ ਜੀ ਫੋਨ ਲਾਉਂਦੇ, ਅਸੀਂ ਮਾਮੇ ਕੋਲ ਦੀ ਫੋਨ ਲਾਉਂਦੇ, ਸਾਡੀ ਕੁੜੀ ਨੂੰ ਡਾਇਰੈਕਟ ਕਾਲ ਨਹੀਂ ਜਾਂਦੀ। ਕੁੜੀ ਕਾਲ ਵਾਇਆ ਅਮਰੀਕਾ ਘੁੰਮ ਕੇ ਆਉਂਦੀ। ਉਸ ਕਿਉਂ ਇਸ ਕੁੜੀ ਨੂੰ ਇੱਦਾਂ ਮੈਂਟਲੀ ਪ੍ਰੈਸ਼ਰ ਕੀਤਾ ਗਿਆ? ਜਿਹਦੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੈ ਕਿ ਇੰਨਾ ਸ਼ੱਕ। ਸਾਡੀ ਕੁੜੀ ਦਾ ਕਰੈਕਟਰ ਸੋਨੇ ਵਰਗਾ ਕਰੈਕਟਰ ਹੈ। ਅਸੀਂ ਪਿੰਡ ਤੋਂ ਸਾਡੇ ਪਿੰਡ ਦੇ ਸਰਪੰਚ ਨੇ, ਸਰਪੰਚ ਸਰਦਾਰ ਜੀ ਖੜੇ ਨੇ, ਤੁਸੀਂ ਇਹਨਾਂ ਕੋਲ ਹੀ ਪੁੱਛ ਸਕਦੇ ਹੋ। ਅਸੀਂ ਉੱਥੇ ਟਾਂਡੇ ਬਲਾਕ ਤੋਂ ਚੱਲ ਕੇ ਆਏ ਹਾਂ ਕਿ ਬੱਚੇ ਦੇ ਜੀਵਨ ਦੇ ਵਿੱਚ ਕੋਈ ਗਲਤੀ ਹੋਵੇ ਤੇ ਸਾਨੂੰ, ਅਸੀਂ ਉਹਦੇ ਦੋਸ਼ੀ ਹਾਂ। ਪਰ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਕੁੜੀ ਨੂੰ ਮਾਰਿਆ ਗਿਆ, ਮਾਰ ਕੇ ਟੰਗਿਆ ਗਿਆ। ਇਸ ਬਾਰੇ ਛੇਤੀ ਇਨਕੁਆਇਰੀ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੈ। ਇਹ ਇੱਥੇ ਕੋਈ ਬਿਹਾਰੀ ਭਰਾ ਜਿਹੜੇ ਇਹਨਾਂ ਘਰ 'ਚ ਪੇਂਟ ਕਰਦੇ ਸੀ, ਉਹਨਾਂ ਨੇ ਲਾਈਏ। ਉਹਨਾਂ ਦੇ ਕਹਿਣ ਮੁਤਾਬਕ ਪਹਿਲੇ ਰੱਸੀ ਸੀ, ਫਿਰ ਰੱਸੀ ਨੂੰ ਇਹਨਾਂ ਚੁੰਨੀ 'ਚ ਚੇਂਜ ਕੀਤਾ ਗਿਆ। ਬਾਕੀ ਅੰਡਰ ਪ੍ਰੈਸ਼ਰ ਮੰਨ ਲਓ ਇਹਨਾਂ ਕਹਿਣ ਮੁਤਾਬਕ ਹੀ ਅਸੀਂ ਜੇ ਕਹਿ ਲਈਏ ਕੁੜੀ ਨੇ ਸੁਸਾਈਡ ਕੀਤੀ, ਇਹਨਾਂ ਦੇ ਕਹਿਣ ਮੁਤਾਬਕ, ਅਸੀਂ ਨਹੀਂ ਕਹਿੰਦੇ, ਇਹਨਾਂ ਦੇ ਮੁਤਾਬਕ ਜੇ ਸੁਣ ਲਈਏ ਕੁੜੀ ਨੇ ਸੁਸਾਈਡ ਕੀਤੀ ਹੈ ਤੇ ਕਿਉਂ ਕੀਤੀ ਕੁੜੀ ਨੇ ਸੁਸਾਈਡ? ਕਿਉਂਕਿ ਐਡਾ ਵੈਲ ਐਜੂਕੇਟਡ ਬੱਚਾ ਕਦੀ ਸੁਸਾਈਡ ਨਹੀਂ ਕਰ ਸਕਦਾ ਅੱਜ ਦੇ ਜ਼ਮਾਨੇ ਦੇ ਵਿੱਚ। ਜਦ ਕਿ ਅਸੀਂ ਉਹਦੇ ਪਿਛਲੇ ਨਾਨਕੇ ਮਾਮੇ ਭਰਾ ਸਾਰੇ ਬਹੁਤ ਦਲੇਰ ਬੰਦੇ। ਸਾਡਾ ਪਰਿਵਾਰ 'ਚ ਕੋਈ ਬੱਚਾ ਸੁਸਾਈਡ ਨਹੀਂ ਕਰ ਸਕਦਾ। ਅਸੀਂ ਹਾਂਜੀ ਅੰਦਰ ਖਾਤੇ ਆਪਣੀ ਮਾਤਾ ਦੇ ਨਾਲ ਗੱਲ ਕਰਦੀ ਸੀ, ਸਾਡੀ ਭੈਣ ਜੀ ਦੇ ਨਾਲ, ਪਰ ਸਾਡੀ ਭੈਣ ਜੀ ਦਾ ਬਹੁਤ ਤਗੜਾ ਜਿਗਰਾ ਸੀ, ਸਾਨੂੰ ਭਰਾਵਾਂ ਨੂੰ ਦੱਸਿਆ ਨਹੀਂ ਉਹਨੇ। ਅਸੀਂ ਚਾਹੁੰਦੇ ਸੀ ਸਾਡੀ ਭੈਣ, ਅੱਜ ਸਾਡੀ ਭੈਣ ਨੇ ਸਾਰਾ ਦੱਸਿਆ ਕਿ ਕੁੜੀ ਸਾਡੀ ਬਹੁਤ ਅੰਦਰ ਪ੍ਰੈਸ਼ਰ ਸੀ, ਇਸ ਕਰਕੇ ਅੰਡਰ ਪ੍ਰੈਸ਼ਰ ਤੰਗ ਕਰਦੇ ਸੀ। ਮੈਂ ਪਰਿਵਾਰ ਨੂੰ ਕਹਿੰਦੀ ਜੋੜ ਕੇ ਰੱਖਣਾ ਚਾਹੁੰਦੀ ਸੀ। ਦੋ ਭਣੇਵੀਆਂ ਨੇ ਸਾਡੀਆਂ, ਦੋਨੇ ਇੱਕੋ ਘਰ 'ਚ ਵਿਆਹੀਆਂ ਨੇ। ਦੋਨੇ ਭੈਣਾਂ ਇੱਕ ਘਰ 'ਚ ਵਿਆਹੀਆਂ ਨੇ, ਇੱਕ ਭੂਆ ਦੀ ਕੁੜੀ, ਇੱਕ ਮਾਮੇ ਦੀ ਕੁੜੀ, ਦੋਨੇ ਭੈਣਾਂ ਇੱਕ ਘਰ 'ਚ ਵਿਆਹੀਆਂ। ਅਸੀਂ ਚੰਗਾ ਪਰਿਵਾਰ ਸਮਝ ਕੇ ਵਿਆਹੇ ਸੀ, ਪਰ ਸਾਨੂੰ ਕੀ ਪਤਾ ਸੀ ਇਹ ਜਿਹੜਾ ਪੈਸਾ ਇਹਨਾਂ ਵਾਸਤੇ ਜ਼ਹਿਰ ਬਣ ਜਾਣਾ ਸਾਡੇ ਵਾਸਤੇ। ਜੇ ਸਾਡਾ ਡਿਸਟ੍ਰਿਕਟ ਇੱਥੋਂ ਹੁਸ਼ਿਆਰਪੁਰ, ਅਸੀਂ ਇਹਨਾਂ ਤਕਰੀਬਨ 80 ਤੋਂ 100 ਕਿਲੋਮੀਟਰ ਦੇ ਲਗਭਗ ਦੂਰ, ਜੇ ਸਾਨੂੰ ਪਤਾ ਅਸੀਂ ਚੰਗੇ ਦੇਖ ਕੇ ਇੱਧਰ ਆਪਣੀ ਬੱਚੀ ਵਿਆਹੀ। ਦੁਬਰਜੀ ਪਿੰਡ ਜਿਹੜਾ ਸਾਡਾ, ਅਸੀਂ ਲਬਾਣਾ ਕਮਿਊਨਿਟੀ ਨੂੰ ਬਿਲੋਂਗ ਕਰਨੇ ਆ। ਸਾਡਾ ਕੁੱਟਮਾਰ ਕਰਨ ਜੋਗੀਆਂ ਹੈ, ਤੁਰਿਆ ਮੇਰੇ ਕੋਲ ਜਾਂਦਾ ਨਹੀਂ, ਖਲੋਤਾ ਮੇਰੇ ਕੋਲ ਜਾਂਦਾ ਨਹੀਂ। ਮੈਂ ਕੁੱਟਮਾਰ ਕੀ ਕਰਨੀ? ਉੱਠ ਕੇ ਮੇਰੇ ਹੱਥੀਂ ਪੈ ਗਈਆਂ, ਮੈਨੂੰ ਉੱਥੋਂ ਮੁੰਡੇ ਲਿਆਏ ਚੁੱਕ ਕੇ, ਮੈਨੂੰ ਕੁੱਟਮਾਰ ਮੈਂ ਕੀ ਕਰਨੀ ਇਹਨਾਂ ਦੀ? ਤੁਸੀਂ ਵੀ ਮੰਗ ਕਰਦੇ ਹੋ ਕਿ ਪੁਲਿਸ ਇਹਦੀ ਗੰਭੀਰਤਾ ਨਾਲ ਜਾਂਚ ਕਰੇ? ਤੇ ਅਸੀਂ ਤੇ ਕਹਿੰਦੇ ਕਰ ਲੈ ਜਾਂਚ। ਮੈਨੂੰ ਪੁੱਛ ਲੈ, ਪੁਲਿਸ ਵਾਲਿਆਂ ਨੇ ਪੁੱਛਿਆ ਅੱਗੇ। ਮੈਂ ਤੇ ਮਿੰਟ ਬਾਅਦ ਪਾਣੀ ਪੀਨੀ ਆ, ਹਾਰਟ ਦੀ ਮੈਂ ਮਰੀਜ਼ ਆ। ਤੁਹਾਡਾ ਕੀ ਨਾਮ ਹੈ? ਹਰਭਜਨ ਕੌਰ ਸਿੰਘ, ਪਿੰਡ ਬੱਸੀ, ਉਸ ਸਬਜੈਕਟ ਡਿਸਟ੍ਰਿਕਟ ਕਪੂਰਥਲਾ, ਹਲਕਾ ਪਲੱਸ। ਮਾਮਲਾ ਕੀ? ਮਾਮਲਾ ਜੀ ਇਹਨਾਂ ਦੀ ਪ੍ਰਾਹੁਣੇ ਦਾ ਤਾਂ ਵੈਸੇ ਦੋਨਾਂ ਕੁੜੀਆਂ ਦੇ ਬਾਹਰ ਹੀ ਆ, ਤੇ ਇਹਨਾਂ ਦੀ ਵੈਸੇ ਜਿਹੜੀ ਸੱਸ ਆ ਉਹ ਬੜੀ ਤੇਜ਼ ਤਰਾਰ ਜਨਾਨੀ ਹੈ। ਉਹ ਕੁਝ ਉੱਦਾਂ ਹੀ ਇਹਨਾਂ 'ਤੇ ਬੜਾ ਕੰਟਰੋਲ ਜਿਹਾ ਰੱਖਦੀ ਸੀ। ਉੱਦਾਂ ਫੋਨ ਮੈਂ ਮਾਮਾ ਹੁੰਦੇ ਨਾਤੇ ਫੋਨ ਕਰਦਾ ਸੀ, ਸਾਡਾ ਵੀ ਨਹੀਂ ਚੱਕਦੀ। ਜੇ ਇਹ ਕਿਤੇ ਕਰਨਾ ਤੇ ਗੱਲ ਕਰ ਰਹੀ ਤੇ ਇਹਨੂੰ ਵੀ ਨਹੀਂ ਕਰਨ ਦਿੰਦੀ, ਨਾ ਮਾਂ ਪਿਓ ਨੂੰ। ਬਾਹਰੋਂ ਜਿਹੜਾ ਪ੍ਰਾਹੁਣਾ ਸੀ ਉਹ ਵੀ ਸਾਨੂੰ ਬਹੁਤ ਮਾੜੇ ਚੰਗੇ ਸ਼ਬਦ ਬੋਲਦਾ ਸੀ।
ਲੜਕੀ ਦੇ ਡੈਡੀ ਨੂੰ ਵੀ ਮੰਮੀ ਨੂੰ ਵੀ। ਕਾਰਨ ਉੱਦਾਂ ਹੀ ਵੈਸੇ ਹੀ ਕੰਟਰੋਲ ਉੱਦਾਂ ਹੀ ਕਰੀ ਜਾਂਦੀ ਸੀ। ਫੋਨ ਨਹੀਂ ਕਰਨਾ, ਕੋਈ ਕਿਸੇ ਕਿਸਮ ਦਾ ਭੈਣ ਭਰਾ ਨੂੰ ਨਹੀਂ ਕਰਨ ਦੇਣਾ, ਕਿਸੇ ਭੈਣ ਨੂੰ ਨਹੀਂ, ਕਿ ਭਣੂਜੇ ਨੂੰ ਨਹੀਂ ਕਰਨ ਦੇਣਾ, ਕਿ ਮਾਮੇ ਨੂੰ ਮਾਮੀ ਨੂੰ ਨਹੀਂ ਕਰਨ ਦੇਣਾ, ਕਿਸੇ ਰਿਸ਼ਤੇਦਾਰ ਨੂੰ ਨਹੀਂ ਕਰਨ ਦਿੰਦੇ। ਕਿੰਨਾ ਚਿਰ ਹੋ ਗਿਆ ਵਿਆਹ? ਆਂਦੀ ਰਹੀਆਂ ਇਹਨਾਂ ਨਾਲ ਲੜ ਕੇ ਜਾਂਦੀ ਰਹੀਆਂ ਕਿ ਸਿਆਣੇ ਭੱਜੋ। ਭੈਣ ਜੀ ਘਰ ਵਸਾਲਾ ਪੁੱਤਰਾਂ ਦਾ, ਮੈਂ ਕਹਿੰਦੀ ਰਹੀ ਮੈਂ ਆਂਦੀ ਰਹੀ ਭੈਣ ਜੀ ਅਜੇ ਵੀ ਤੁਹਾਨੂੰ ਮਾਫ ਏ। ਉਹ ਛਾਣੇ ਸਾਡੀ ਧੀ ਨੂੰ ਕੁੱਟ ਲਿਆ, ਫਿਰ ਕੀ ਦਿਓਰ ਕੋਟੀ ਲੈਂਦੇ ਨੇ, ਛੋਟੇ ਦਿਓਰ ਨੇ ਕੋਟੀ ਲੈਂਦੇ ਨੇ, ਫਿਰ ਵੀ ਕੋਈ ਗੱਲ ਨਹੀਂ, ਮੇਰੀ ਧੀ ਵਸਣੀ ਚਾਹੀਦੀ ਸੀ। ਮੈਂ ਤੈਨੂੰ ਜਿਹੜੀ ਗੱਲ ਦੱਸੋ ਘਾਰਾ ਜਿਹਦੀ ਧੀ ਘਰ ਏ, ਜਿਨ੍ਹਾਂ ਦੀਆਂ ਧੀਆਂ ਨੇ ਜਿਹੜੇ ਪੁੱਤਰਾਂ ਦੀਆਂ, ਮੈਂ ਨਹੀਂ ਕਹਿ ਸਕਦੀ ਧੀਆਂ ਦੀਆਂ ਘਾਰਾ ਭਰੋ। ਇਹ ਸਾਰਾ ਮੁੰਡਾ ਇੱਥੇ ਆਇਆ ਸੀ ਨਾ ਛੋਟਾ, ਤੇ ਉਹ ਕੁੱਟਦਾ ਰਿਹਾ ਹੈ। ਉਹ ਧੀਆਂ ਵਾਲਾ ਬੰਦਾ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਧਿਕਾਰੀਆਂ ਨੂੰ ਪਿੰਡ ਸਮਾਦ ਭਾਈ ਤੋਂ ਸਰਪੰਚ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਫੇਸਬੁੱਕ ਤੇ ਲਾਈਵ ਹੋ ਕੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਕਿਹਾ ਕਿ ਸਰਪੰਚ ਬੂਟਾ ਦੇ ਖਿਲਾਫ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਜਾਂਚ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਮਲਕੀਤ ਸਿੰਘ ਪੰਚਾਇਤ ਮੈਂਬਰ ਸਮਾਦ ਭਾਈ ਤੋਂ ਜੀ, ਮੈਂ ਬੇਨਤੀ ਕਰ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਤੇ ਸਾਡੇ ਜਿਹੜੇ ਪੰਚਾਇਤ ਮੰਤਰੀ ਹੈ ਕੁਲਦੀਪ ਸਿੰਘ ਜੀ ਧਾਲੀਵਾਲ ਨੂੰ, ਕਿਉਂਕਿ ਸਾਡੇ ਨਾਲ ਬਹੁਤ ਜਾਇਜ਼ ਮਤਲਬ ਧੱਕਾ ਨਜਾਇਜ਼ ਹੋ ਰਿਹਾ। ਅਸੀਂ ਬੇਨਤੀ ਕਰਦੇ ਹਾਂ, ਇਹਦੇ ਸ਼ਮਸ਼ਾਨ ਘਾਟ ਦੇ ਵਿੱਚ ਬੈਠੇ ਹਾਂ, ਜੇ ਅਸੀਂ ਗੁਨਾਹਦਾਰ ਸਰਪੰਚ ਜਾਂ ਅਸੀਂ ਹੋਵਾਂਗੇ, ਸਾਨੂੰ ਜਿਉਂਦਿਆਂ ਨੂੰ ਅੱਗ ਲਗਾਈ ਜਾਵੇ। ਅਸੀਂ ਬਹੁਤ ਪਰੇਸ਼ਾਨ ਕਰ ਰਿਹਾ, ਬੰਦਾ ਕੰਮ ਨਹੀਂ ਕਰਨ ਦੇ ਰਿਹਾ ਇਹ, ਕਿਉਂਕਿ ਇਹ ਬੰਦਾ ਸ਼ਿਕਾਇਤਾਂ ਦਾ ਆਦੀ ਹੈ, ਹਰੇਕ ਮਹਿਕਮੇ ਸ਼ਿਕਾਇਤਾਂ ਲਾ ਚੁੱਕਿਆ ਜੀ। ਤੇ ਅਸੀਂ ਬੇਨਤੀ ਕਰਦੇ ਹਾਂ ਵਾਰ-ਵਾਰ ਇਕੱਲੇ ਬੰਦੇ ਦੀ ਗੱਲ ਨਾ ਸੁਣੀ ਜਾਵੇ, ਆਪਦੀ ਸਪੈਸ਼ਲ ਆਪਣਾ ਮੰਤਰੀ ਸਾਹਿਬ ਕੋਈ ਸਪੈਸ਼ਲ ਬੰਦੇ ਦੀ ਡਿਊਟੀ ਲਾ ਕੇ ਉੱਥੋਂ ਚੰਡੀਗੜ੍ਹੋਂ ਪੜਤਾਲ ਕਰਕੇ, ਇਕੱਲੇ ਬੰਦੇ ਤੋਂ ਪੜਤਾਲ ਕਰਕੇ, ਜੇ ਸਾਡੇ ਤੇ ਕਾਰਵਾਈ ਹੁੰਦੀ ਹੈ ਅਸੀਂ ਹੱਥ ਬੰਨ੍ਹ ਕੇ ਕਹਿੰਦੇ ਕਰੋ। ਜਿਹੜੇ ਦਰਖਤ ਸੀ ਉੱਥੇ ਕੋਈ ਦਰਖਤ ਨਹੀਂ, 3 ਕਿੱਲੇ ਅਸੀਂ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਛਡਾਏ ਆ। ਅਸੀਂ ਤਾਂ ਕਿ ਸਾਨੂੰ ਨਾਮ ਮਿਲਣਾ ਚਾਹੀਦਾ ਸੀ, 3 ਕਿੱਲੇ ਮਤਲਬ ਛਡਾਏ ਆ ਤੇ ਸਾਨੂੰ ਨਾਮ ਉਹ ਮਿਲਿਆ ਜੀ, ਦਰਖਤ ਮਤਲਬ ਕੋਈ ਪਟਾਇਆ ਨਹੀਂ, ਉੱਥੇ ਦਰਖਤ ਮੌਜੂਦਾ ਖੜੇ ਆ। ਅਸੀਂ ਪੱਤਰਕਾਰ ਸਾਹਿਬ ਨੂੰ ਉੱਥੇ ਵਿਖਾਉਣਾ ਵੀ ਹੈ ਮੌਕਾ, ਉੱਥੇ ਬਹੁਤ ਵਧੀਆ ਮਤਲਬ ਕੰਮ ਗਰਾਊਂਡ ਦਾ ਕੰਮ ਇਹਨਾਂ ਨੇ ਕੰਧਾਂ ਢਾਹ ਕੇ ਬੰਦ ਕਰਾਤਾ ਜੀ। ਜਿਹੜੇ ਬੰਦਿਆਂ ਨੂੰ ਅਸੀਂ ਗਰਾਊਂਡ ਉੱਥੋਂ ਉਠਾਇਆ ਸੀ ਉਹਨਾਂ ਨੇ ਕੰਪਰੋਮਾਈਜ਼ ਕੀਤਾ ਵੀ ਚਲੋ ਜੇ ਤੁਹਾਡਾ ਕੋਈ ਇੱਟਾਂ ਰੋੜੇ ਆ, ਕੋਈ ਹੋਰ ਚੀਜ਼ ਤੁਹਾਡਾ ਦਰਖਤ ਆ, ਕੋਈ ਖੁਰਨੀ ਬਣਾਉਂਦੇ ਆ ਪਸ਼ੂਆਂ ਵਾਸਤੇ, ਉਹ ਤੁਸੀਂ ਮਟੀਰੀਅਲ ਆਪਦਾ ਚੱਕ ਕੇ ਲੈ ਕੇ ਘਰੇ। ਅਸੀਂ ਕੋਈ ਉਹਦਾ ਕੋਈ ਪੈਸਾ ਵਟਿਆ ਹੋਵੇ ਪਾਸੇ ਜੇ ਜਾਂ ਉਹਦਾ ਕੋਈ ਨਜਾਇਜ਼ ਮਤਲਬ ਧੱਕਾ ਕੀਤਾ ਹੋਵੇ ਉਹਨਾਂ ਨਾਲ, ਤੇ ਅਸੀਂ ਦੇਣਦਾਰ ਹਾਂ। ਇਹ ਬੰਦਾ ਬਿਲਕੁਲ ਨਜਾਇਜ਼ ਸ਼ਿਕਾਇਤਾਂ ਦਾ ਆਦੀ ਹੈ ਜੀ। ਸਾਨੂੰ ਹੱਥ ਬੰਨ੍ਹ ਕੇ ਬੇਨਤੀ ਇਹਦੀ ਇਕੱਲੇ ਦੀ ਸ਼ਿਕਾਇਤ ਨਾ ਸੁਣੀ ਜਾਵੇ, ਕਿਉਂਕਿ ਅਸੀਂ ਪੰਚਾਇਤ ਤੋਂ ਮਤਲਬ ਸਾਰੀ ਨਾਲ ਆ ਸਾਡੇ, ਤੇ ਅਸੀਂ ਬੇਨਤੀ ਕਰਦੇ ਹਾਂ ਵੀ ਮੰਤਰੀ ਸਾਹਿਬ ਨੂੰ ਵੀ ਆਪਣੇ ਸਾਡੇ ਸਪੈਸ਼ਲ ਬੰਦੇ ਦੀ ਡਿਊਟੀ ਲਾ ਕੇ ਮੌਕਾ ਵਿਖਾਇਆ ਜਾਵੇ। ਜੇ ਅਸੀਂ ਗੁਨਾਹਦਾਰ ਹਾਂ, ਅਸੀਂ ਆ ਸ਼ਮਸ਼ਾਨ ਘਾਟ 'ਚ ਬੈਠੇ ਹਾਂ, ਸਾਨੂੰ ਜਿਉਂਦਿਆਂ ਨੂੰ ਜਲਾ ਦਿਆਂਗੇ। ਮੈਂ ਪ੍ਰੈਸ ਕਾਨਫਰੰਸ ਇਸ ਕਰਕੇ ਕਰ ਰਿਹਾ ਕਿ ਸਾਡੇ ਪਿੰਡ ਸਮਾਦ ਭਾਈ ਬਲਾਕ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਦੇ ਵਿੱਚ ਕਾਂਗਰਸ ਦੇ ਸਰਪੰਚ ਸ੍ਰੀ ਨਿਰਮਲ ਸਿੰਘ, ਜੋ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਵਿਖਾਇਆ ਗਿਆ ਚੈਨਲਾਂ ਵੱਲੋਂ, ਵੱਖ-ਵੱਖ ਚੈਨਲਾਂ ਵੱਲੋਂ ਸਸਪੈਂਡ ਵੀ ਕੀਤਾ ਗਿਆ ਜੀ ਡਾਇਰੈਕਟਰ ਸਾਹਿਬ ਵੱਲੋਂ। ਉਸ ਸਰਪੰਚ ਵੱਲੋਂ ਵੱਡੀ ਪੱਧਰ ਤੇ ਪਿੰਡ ਸਮਾਦ ਭਾਈ ਨੂੰ ਆਈ ਹੋਈ ਜਿਹੜੀ ਗ੍ਰਾਂਟ ਸੀਗੀ, ਉਹਦੇ ਵਿੱਚ ਵੱਡੀ ਪੱਧਰ ਤੇ ਘਪਲਾ ਕੀਤਾ ਗਿਆ ਜੀ। ਪੁਲਿਸ ਰੇਂਜ ਫਰੀਦਕੋਟ ਦੇ ਆਈਜੀ ਪ੍ਰਦੀਪ ਯਾਦਵ ਵੱਲੋਂ ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਜ਼ਿਲ੍ਹੇ ਵਿੱਚ ਅਪਰਾਧ ਅਤੇ ਅਪਰਾਧੀਆਂ ਖਿਲਾਫ ਵਿਸ਼ੇਸ਼ ਕਾਰਵਾਈਆਂ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤੇ ਸਪੈਸ਼ਲ ਸਟਾਫ ਦੀ ਟੀਮ ਨੇ ਸ਼੍ਰੀ ਮੁਕਤਸਰ ਸਾਹਿਬ 'ਚ ਕਾਰਵਾਈ ਕਰਦਿਆਂ 6 ਫੁੱਟ ਕੱਦ ਵਾਲੇ ਅਜਿਹੇ ਸ਼ਾਤਿਰ ਚੋਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਤੋਂ 5 ਮੋਟਰਸਾਈਕਲ, 1 ਐਕਟਿਵਾ ਅਤੇ 4 ਮਹਿੰਗੇ ਮੋਬਾਈਲ ਬਰਾਮਦ ਹੋ ਚੁੱਕੇ ਹਨ ਤੇ ਪੁਲਿਸ ਨੇ ਇਹ ਦਾਅਵਾ ਕੀਤਾ ਹੈ। ਮੇਰਾ ਨਾਮ ਜੀ ASI ਬਲਦੇਵ ਸਿੰਘ, ਰੇਂਜ ਸਪੈਸ਼ਲ ਸੈੱਲ ਫਰੀਦਕੋਟ। ਮਾਨਯੋਗ IG ਸਾਹਿਬ ਨਾਲ ਸਾਡਾ ਸਟਾਫ ਵੱਧਾ ਹੋਇਆ। ਇਹ ਤੋਂ ਜੀ ਚੋਰੀ ਦੇ 5 ਮੋਟਰਸਾਈਕਲ, 1 ਐਕਟਿਵਾ ਤੇ 4 ਮੋਬਾਈਲ ਫੋਨ ਬਰਾਮਦ ਕੀਤੇ ਹੈ। ਹਾਂਜੀ, ਇਹਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ। ਕਿਹੜੀ ਜਗ੍ਹਾ ਕੀਤਾ ਗਿਆ ਜੀ? ਸਿਟੀ ਮੁਕਤਸਰ ਜੀ। ਸਰ ਅੱਗੇ ਕੋਈ ਰਿਮਾਂਡ ਵਗੈਰਾ ਲੈਣ ਦੀ ਕੋਸ਼ਿਸ਼ ਕੀਤੀ ਤੁਸੀਂ? ਹਾਂ, ਰਿਮਾਂਡ ਲਿਆ ਸੀ 1 ਦਿਨ ਦਾ, ਉਹ ਖਤਮ ਹੋ ਗਿਆ ਅੱਜ ਜੀ। ਹਾਂਜੀ। ਗੜਸ਼ੰਕਰ ਦੇ ਪਿੰਡ ਕੋਟ ਰਾਜਪੂਤਾ ਵਿਖੇ ਸਥਿਤ ਬਾਬਾ ਨਾਹਰ ਸਿੰਘ ਵੀਰ ਜੀ ਦੇ ਬਣੇ ਹੋਏ ਸਥਾਨ ਅਤੇ ਨਾਲ ਲੱਗਦੀ ਜਗ੍ਹਾ ਨੂੰ ਲੈ ਕੇ ਧਾਰਮਿਕ ਸਥਾਨ ਦੀ ਸੇਵਾ ਕਰਨ ਵਾਲੇ ਅਤੇ ਪਿੰਡ ਦੇ ਲੋਕਾਂ ਵਿੱਚ ਭਾਰੀ ਤਣਾਅ ਹੈ। ਇਸ ਸੰਬੰਧੀ ਪਿੰਡ ਦੇ ਲੋਕਾਂ ਨੇ ਦੂਜੇ ਪੱਖ ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਮੰਦਿਰ ਦੀ ਦੇਖਭਾਲ ਕਰਨ ਵਾਲੇ ਪਰਿਵਾਰ ਵੱਲੋਂ ਧੋਖੇ ਨਾਲ ਸਾਰੀ ਜ਼ਮੀਨ ਆਪਣੇ ਨਾਂ ਕਰਵਾ ਲਈ ਹੈ ਤੇ ਪਿੰਡ ਦੇ ਲੋਕਾਂ ਨੂੰ ਵੀ ਇੱਥੇ ਆਉਣ ਤੋਂ ਮਨਾ ਕੀਤਾ ਜਾ ਰਿਹਾ ਹੈ। ਕੁਮਾਰ ਪਿੰਡ ਕੋਟ ਰਾਜਪੂਤਾ, ਸਨ ਆਫ ਮੰਗਤ ਰਾਮ ਜੀ ਮੇਰੇ ਪਿਤਾ ਜੀ ਦਾ ਨਾਮ। ਤੇ ਜੀ ਸਾਡੇ ਪਿੰਡ ਦੇ ਵਿੱਚ ਇਹ ਮੰਦਿਰ 1990 ਦੇ ਵਿੱਚ ਬਣਿਆ ਸੀਗਾ ਔਰ ਸਾਰੇ ਪਿੰਡ ਨੇ ਮਿਲ ਕੇ ਇਹ ਮੰਦਿਰ ਬਣਾਇਆ ਸੀਗਾ।
ਸਾਰੇ ਪਿੰਡਾਂ ਨੇ ਢਾਲ ਇਕੱਠੀ ਕੀਤੀ ਸੀ 78000 ਰੁਪਏ ਜੀ 1990 ਦੇ ਵਿੱਚ। ਇਹਨਾਂ ਨੂੰ ਸਿਰਫ ਇੱਕ ਸੇਵਾ ਦਿੱਤੀ ਸੀ ਵੀ ਤੁਸੀਂ ਆਪਣਾ ਧੂਫ ਬੱਤੀ ਕਰੋ ਜੀ, ਇੱਥੇ ਤੁਹਾਡੀ ਦਿੱਕਤ ਮੁੱਕ ਜੂ। ਇੱਥੇ ਹੌਲੀ ਹੌਲੀ ਚੜਾਵਾ ਚੜਨ ਦੇ ਨਾਲ ਪੈਸਾ ਵੱਧ ਗਿਆ ਜੀ ਤੇ ਇਹ ਲੋਕ ਪਿੰਡ ਦੇ ਨਾਲ ਧੱਕਾ ਕਰਨ ਲੱਗ ਪਏ ਜੀ। ਇਹਨੇ 2 ਨੰਬਰ ਦੇ ਵਿੱਚ ਤਕਸੀਮ ਕਰਾਈ ਹੈ ਇਸ ਪਿੰਡ ਦੀ, ਇਹਦੇ ਸਾਡੇ ਕੋਲ ਪ੍ਰੂਫ ਹੈ ਜੀ। ਦਰਸ਼ਨ ਰਾਮ ਸਾਡੇ ਸਰਪੰਚ ਸੀਗੇ ਜੀ ਪਿੰਡ ਕੋਟ ਤੋਂ ਜੀ, ਇਸ ਟਾਈਮ ਬਲਾਕ ਸੰਮਤੀ ਦੇ ਪ੍ਰਧਾਨ ਹੈ ਜੀ। ਸਰ ਮੇਰਾ ਨਾਮ ਸਿਕੰਦਰ ਸਿੰਘ, ਪਿੰਡ ਕੋਟ। ਸਰ ਇਹ ਸਾਡਾ ਜ਼ਮੀਨ ਦਾ ਰੌਲਾ ਹੈ ਜੀ। ਅਸੀਂ ਇਹਦੀ ਕਰਾਣੀ ਸੀ ਨਿਸ਼ਾਨਦੇਹੀ ਤੇ ਆਪਣੇ ਪਟਵਾਰੀ ਸਾਹਿਬ ਤੇ ਕਾਨੂੰਨ ਸਾਹਿਬ ਮੌਕੇ ਤੇ ਆਏ ਆ ਹਾਈ ਕੋਰਟ ਦੇ ਹੁਕਮਾਂ ਦੇ ਹਿਸਾਬ ਨਾਲ। ਹਾਈ ਕੋਰਟ ਤੋਂ ਆਰਡਰ ਨਿਸ਼ਾਨਦੇਹੀ ਦੇ ਤੇ ਆ ਪਿੰਡ ਦੇ ਕੁਝ ਬੰਦੇ ਆ ਜਿਹੜੇ ਨਜਾਇਜ਼ ਤੌਰ ਤੇ ਰੋਕ ਰਹੇ ਆ ਇਸ ਚੀਜ਼ ਨੂੰ। ਸਾਨੂੰ ਨਹੀਂ ਪਤਾ ਇਹਨਾਂ ਦੀ ਕੀ ਪ੍ਰੋਬਲਮ ਹੈ, ਕਿਹੜੀ ਸਮੱਸਿਆ ਹੈ ਇਹਨਾਂ ਨੂੰ, ਤੇ ਸਾਡੇ ਕੋਲ ਸਾਰੇ ਸਬੂਤ ਹੈ ਜੀ। ਆ FCR ਕੋਰਟ ਦਾ ਫੈਸਲਾ ਹੈ ਜੀ ਪਿਛਲੇ ਸਾਲ ਦਾ। ਇਹਨਾਂ ਨੇ 29/4/2021 ਨੂੰ FCR ਕੋਰਟ ਦੇ ਵਿੱਚ ਕੇਸ ਲਾਇਆ ਸੀ ਬੰਦਿਆਂ ਨੇ ਤੇ 30/11/2021 ਨੂੰ ਇਹਦਾ ਫੈਸਲਾ ਹੋਇਆ ਸਾਡੇ ਹੱਕ 'ਚ। ਤੇ ਬੰਦੇ ਕੇਸ ਪਹਿਲੀ ਹੀਅਰਿੰਗ ਤੇ ਜੱਜ ਸਾਹਿਬ ਨੇ ਸਾਡੇ ਹੱਕ 'ਚ ਫੈਸਲਾ ਕੀਤਾ। ਅੱਜ ਦੀ ਕਾਪੀ ਹੈ ਜੱਜ ਨੂੰ। CWP 22/838/2022 ਸਿਕੰਦਰ ਸਿੰਘ ਪੁੱਤਰ ਭੀਸ਼ਮ ਸਿੰਘ ਬਨਾਮ ਸਟੇਟ ਆਫ ਪੰਜਾਬ ਅਤੇ ਹੋਰ। ਇਸ ਕੇਸ ਵਿੱਚ ਮਾਨਯੋਗ ਹਾਈ ਕੋਰਟ ਜੀ ਨੇ ਇੱਕ ਆਦੇਸ਼ ਜਾਰੀ ਕੀਤੇ ਸੀਗੇ ਕਿ ਇਹਨਾਂ ਦੀ ਜਿਹੜੀ ਨਿਸ਼ਾਨਦੇਹੀ ਦੀ ਐਪਲੀਕੇਸ਼ਨ ਹੈ ਕੰਸੀਡਰ ਕੀਤੀ ਜਾਵੇ ਤੇ 5/12 ਇਸ ਦੀ ਨਿਸ਼ਾਨਦੇਹੀ ਦੀ ਤਰੀਕ ਜਿਹੜੀ ਨਿਰਧਾਰਿਤ ਕੀਤੀ ਗਈ ਸੀ। ਸੋ ਮਾਨਯੋਗ ਹਾਈ ਕੋਰਟ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਹੜੇ ਸਾਡੇ ਫੀਲਡ ਸਟਾਫ ਸੀਗੇ ਉਹ 5/12 ਨੂੰ ਨਿਯਤ ਸਮੇਂ ਤੇ ਪੂਰੇ ਰਿਕਾਰਡ ਸਮੇਤ ਉੱਥੇ ਪਹੁੰਚੇ ਤੇ ਉਹਨਾਂ ਨੇ ਕਾਰਵਾਈ ਆਰੰਭ ਕਰਨ ਦੀ ਸ਼ੁਰੂ ਕਰ ਲਈ। ਪਰ ਉਹਨਾਂ ਨੂੰ ਉੱਥੇ ਇਸ ਚੀਜ਼ ਦਾ ਖਦਸ਼ਾ ਹੋਇਆ ਕਿ ਉੱਥੇ ਕਾਫੀ ਵਿਰੋਧ ਹੈ ਤੇ ਉੱਥੇ ਜਿਹੜੀ ਹੈ ਵੀ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਤੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਨ ਲਈ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਹੈ। ਸੋ ਉਹਨਾਂ ਨੇ ਇਸ ਚੀਜ਼ ਦੇ ਪੁਲਿਸ ਪ੍ਰੋਟੈਕਸ਼ਨ ਦੀ ਡਿਮਾਂਡ ਕੀਤੀ ਹੈ। ਸੋ ਉਹਦਾ ਉਹਨਾਂ ਨੇ ਮੈਨੂੰ ਫੋਨ ਤੇ ਇਸ ਚੀਜ਼ ਬਾਰੇ ਹੁਣ ਜਾਣੂ ਕਰਵਾਇਆ ਕਿਉਂਕਿ ਅੱਜ ਉਹ ਸਿਵਲ ਕੋਰਟ ਦੇ ਕੇਸ ਵਿੱਚ ਹੁਸ਼ਿਆਰਪੁਰ ਗਏ। ਅੱਜ ਹੁਸ਼ਿਆਰਪੁਰ ਦੀ ਰਹੀਮਪੁਰ ਮੰਡੀ ਨਜ਼ਦੀਕ ਰੇੜੀਆਂ ਫੜੀਆਂ ਤੇ 221 ਦੀ ਮਾਰਕੀਟ ਵਿੱਚ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਇੰਪਰੂਵਮੈਂਟ ਟਰਸਟ ਟੀਮ ਵੱਲੋਂ ਟਰਸਟ ਦੀ ਥਾਂ ਉੱਤੇ ਇਹਨਾਂ ਰੇੜੀਆਂ ਫੜੀਆਂ ਤੇ ਕੁਝ ਦੁਕਾਨਾਂ ਵੱਲੋਂ ਕਬਜ਼ੇ ਕੀਤੇ ਹੋਣ ਦੀ ਗੱਲ ਕਹਿ ਕੇ ਉਸ ਨੂੰ ਜ਼ਬਤ ਕਰ ਲਿਆ ਗਿਆ ਅਤੇ ਮੌਕੇ ਤੇ ਮੌਜੂਦ ਮਾਲਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਜੇਕਰ ਮੁੜ ਜਗ੍ਹਾ ਤੇ ਕਬਜ਼ਾ ਕਰਨ ਦੇ ਯਤਨ ਕਰਨਗੇ ਤਾਂ ਬਣਦੀ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਭਾਈ ਜੇਸ਼ ਕਿੱਥੇ ਕੰਮ ਕਰਦੇ ਤੁਸੀਂ? ਸਰ ਇੱਥੇ ਫੜੀ ਲਾਉਂਦੇ ਜੀ, ਕੱਪੜੇ ਦੇ ਆਪਣੇ ਫੜੀ ਲਾਉਂਦੇ ਜੀ। ਅੱਛਾ ਕੀ ਹੋਇਆ ਅੱਜ? ਇੱਥੇ ਮੈਡਮ ਜੀ ਕੋਈ ਆਈ ਹੈ ਜੀ, ਇੱਥੇ ਅਫਸਰ ਜੀ ਕੋਈ ਸੀਗੀ ਪਤਾ ਨਹੀਂ ਕਿੱਥੇ ਦੀ ਆਉਣੀ ਮੈਨੂੰ ਪਤਾ ਤੇ ਬਟ ਆਏ ਕਹਿੰਦੇ ਚੱਕੋ ਸਮਾਨ ਤਾਂ ਛੇਤੀ ਚੱਕੋ ਤੇ ਉਹਨਾਂ ਨੇ ਸਮਾਨ ਚੱਕ ਕੇ ਲੈ ਗਏ ਸਾਡਾ। ਇੱਥੇ ਅਸੀਂ ਸਾਹਮਣੇ ਲਾਉਂਦੇ ਸੀਗੇ, ਅਸੀਂ ਫੜੀ ਇੱਥੇ ਲਾਉਂਦੇ ਸੀਗੇ ਤੇ ਕਹਿੰਦੇ ਹੁਣ ਬਾਕੀ ਸਾਰਿਆਂ ਨੂੰ ਵੀ ਕਹਿ ਕੇ ਕਿ ਸਮਾਨ ਚੱਕ ਕੇ ਲੈ ਕੇ ਜਾਓ ਤੇ ਅਸੀਂ ਚੱਕ ਕੇ ਲੈ ਜਾਣਾ। ਗਾਲਾਂ ਵੀ ਕੱਢਦੇ ਹੁੰਦੇ ਸੀਗੇ। ਨਹੀਂ ਕੌਣ ਸੀ ਲੇਡੀ ਪਤਾ ਕਿ ਕਿਹੜੇ ਮਹਿਕਮੇ ਦੇ? ਨਹੀਂ ਇਹ ਨਹੀਂ ਮੈਨੂੰ ਪਤਾ ਸੀ। ਹੋਰ ਕਿਸੇ ਮਹਿਕਮੇ ਤੋਂ? ਕਹਿੰਦੇ ਜੀ ਟਰਸਟ ਦੇ ਆ ਜੀ ਬੰਦੇ ਮੈਡਮ ਪਤਾ ਨਹੀਂ ਬਾਕੀ। ਹਾਂਜੀ ਹਾਂਜੀ। ਸੋ ਕਹਿੰਦੇ ਜਿਹੜੀ ਚੱਕ ਸਿੱਟੀਆਂ ਕਿਹਦੀ ਸਿੱਟੀ ਕਿੰਨਾ ਕੁ ਨੁਕਸਾਨ? ਆ ਸਾਹਮਣੇ ਜੀ ਨੁਕਸਾਨ ਹੁਣ ਦੇਖੋ ਜੀ, ਹੁਣ ਮੈਂ ਮਾੜਾ ਸਾਡਾ ਸਮਾਨ ਸਾਰਾ ਚੱਕ ਕੇ ਲੈ ਗਏ ਜੀ ਤੇ ਮੈਂ ਮੈਡਮ ਨਾਲ ਗੱਲ ਨਹੀਂ ਕਰਨਾ, ਅਫਸਰ ਆਫਿਸ ਆਓ ਕਹਿੰਦੇ। ਕਿਹੜੇ ਆਫਿਸ ਕਹਿ ਕੇ ਆਏ? ਮੇਰੇ ਬਾਕੀ ਮੁੰਡੇ ਨੂੰ ਮੈਂ ਕੀਤਾ ਕਿ ਭਾਈ ਕੀ ਗੱਲ ਕਰੋ ਕਿਉਂਕਿ ਉਸ ਤੋਂ ਬਾਅਦ ਪਤਾ ਲੱਗੂਗਾ ਜੀ ਹੁਣ ਇੰਨੀ ਗੱਲ ਹੋਈ। ਮੈਡਮ ਨਾਲ ਗੱਲ ਨਹੀਂ ਮੇਰੀ ਹੋਈ ਜੀ। ਮੈਡਮ ਕੁੱਟਮਾਰ ਵੀ ਹੋਈ ਕਿਸੇ ਨਾਲ? ਨਹੀਂ ਕੁੱਟਮਾਰ ਨਹੀਂ ਕੁਛ ਹੋਈ ਜੀ। ਨਹੀਂ ਸਾਡੀ ਸਕੀਮ ਨੰਬਰ 2 ਆ ਰਾਜੀਵ ਗਾਂਧੀ ਇਨਕਲੇਵ, ਉੱਥੇ ਸਾਡਾ ਮੇਨ ਗੇਟ ਹੈ। ਮੇਨ ਗੇਟ ਮਤਲਬ ਜਿੱਥੋਂ ਸਕੀਮ ਨੂੰ ਐਂਟਰਸ ਹੁੰਦੀ ਹੈ। ਸਾਡਾ ਇੰਪਰੂਵਮੈਂਟ ਟਰਸਟ ਦਾ ਜਿਹੜਾ ਮੇਨ ਕੰਮ ਹੈ ਉਹ ਸ਼ਹਿਰ ਦੇ ਵਿੱਚ ਜਿਹੜਾ ਇੱਕ ਵਧੀਆ ਇਲਾਕਾ ਜਿਹੜਾ ਵਸਾਉਣਾ ਹੁੰਦਾ ਆ। ਤੇ ਜੇ ਸਾਡੀ ਸਕੀਮ ਦੇ ਐਂਟਰੈਂਸ ਤੇ ਹੀ ਸਰਕਾਰੀ ਜਗ੍ਹਾ ਤੇ ਉਹ ਲੋਕ ਬੈਠੇ ਹੋਏ ਸੀ, ਕਿਸੇ ਨੇ ਉੱਥੇ ਮੁਰਗਿਆਂ ਦੀ ਰੇਹੜੀ ਲਾਈ ਹੋਈ ਹੈ, ਕਿਸੇ ਨੇ ਉੱਥੇ ਜਿਹੜਾ ਆ ਉਹ ਆਪਣੇ ਕੱਪੜੇ ਜੇ ਲੈ ਕੇ ਬੈਠੇ ਹੋਏ ਸੀਗੇ ਔਰ ਉਹਦੇ ਨਾਲ ਸ਼ਾਮ ਨੂੰ ਉੱਥੇ ਸ਼ਰਾਬਾਂ ਪੀਤੀਆਂ ਜਾਂਦੀਆਂ ਸੀ। ਲੋਕਾਂ ਦੀਆਂ ਧੀਆਂ ਭੈਣਾਂ ਦਾ ਉੱਥੋਂ ਲੰਘਣਾ ਮੁਸ਼ਕਿਲ ਹੋਇਆ ਸੀ। ਲੋਕੀ ਇੱਥੇ ਰੋਜ਼ ਸ਼ਿਕਾਇਤ ਕਰਦੇ ਸੀ। ਮੈਂ ਬਹੁਤ ਵਾਰੀ ਆਪਣੇ ਇੰਜੀਨੀਅਰਸ ਨੂੰ ਉੱਥੇ ਮੌਕੇ ਤੇ ਭੇਜਿਆ ਵੀ ਜਾ ਕੇ ਉਹਨਾਂ ਨੂੰ ਬੰਦ ਕਰਕੇ ਆਓ, ਲੇਕਿਨ ਉਹ ਉਸ ਵੇਲੇ ਥੋੜ੍ਹਾ ਬਹੁਤਾ ਸਮਾਨ ਚੱਕ ਲੈਂਦੇ ਸੀ ਔਰ ਫਿਰ ਉੱਥੇ ਹੀ ਬੈਠੇ ਰਹਿੰਦੇ ਸੀਗੇ। ਜਿਸ ਕਰਕੇ ਅੱਜ ਉਹਨਾਂ ਨੂੰ ਥੋੜ੍ਹਾ ਜਿਹੜਾ ਆ ਉਹ ਸਖਤੀ ਨਾਲ ਕਹਿ ਕੇ ਉੱਥੋਂ ਉਹਨਾਂ ਨੂੰ ਉਠਾਇਆ ਹੈਗਾ ਆ ਔਰ ਉਹ 100% ਸਾਡੀ ਟਰੱਸਟ ਦੀ ਜ਼ਮੀਨ ਨੂੰ ਗਲਤ ਤਰੀਕੇ ਨਾਲ ਮੱਲ ਕੇ ਬੈਠੇ ਹੋਏ ਸੀ। ਭਾਰੀ ਬਹੁਮਤ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਰੇਕ ਵਰਗ ਨਾਲ ਵੱਡੇ ਵਾਅਦੇ ਕਰਕੇ ਸਰਕਾਰ ਬਣਾਈ ਸੀ, ਪਰ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ
ਪੂਰਾ ਨਾ ਕਰਨ ਦੇ ਰੋਸ ਵਜੋਂ ਅੱਜ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਵੀ ਸਰਕਾਰ ਦੇ ਖਿਲਾਫ ਲੱਗ ਰਹੇ ਹਨ। ਉੱਥੇ ਹੀ ਹੁਣ ਪੰਜਾਬ ਹੋਮਗਾਰਡ ਵੀ ਸਰਕਾਰ ਦੇ ਖਿਲਾਫ ਆਪਣਾ ਰੋਸ ਜ਼ਾਹਰ ਕਰ ਰਹੇ ਹਨ ਤੇ ਪਟਿਆਲਾ ਦੇ ਇਤਿਹਾਸਿਕ ਕਾਲੀ ਮਾਤਾ ਮੰਦਿਰ ਦੇ ਬਾਹਰ ਪੰਜਾਬ ਹੋਮਗਾਰਡ ਦੇ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਗਾ ਕੇ ਸਰਕਾਰ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕੀਤਾ। ਅੰਮ੍ਰਿਤਸਰ ਤੋਂ ਜੀ ਪੰਜਾਬ ਹੋਮਗਾਰਡ ਦਾ ਮਹਿਕਮਾ ਜੀ। ਮੰਗਾ ਜੀ ਸਾਡਾ ਰੈਂਜ ਡੇ ਮਨਾ ਰਹੇ ਨਾ, ਅਸੀਂ ਕਾਲਾ ਰੈਂਜ ਡੇ ਮਨਾ ਰਹੇ ਹਾਂ ਕਿਉਂਕਿ ਸਾਡਾ ਸਰਕਾਰ ਕੋਈ ਵੀ ਸਰਕਾਰ ਆਉਂਦੀ ਹੈ ਸਾਡਾ ਕੋਈ ਵੀ ਪੱਲਾ ਝਾੜ ਕੇ ਤੇ ਚੱਲ ਜਾਂਦੀ ਹੈ, 5 ਸਾਲ ਕੱਢ ਕੇ ਤੇ ਚੱਲ ਜਾਂਦੀ ਹੈ। ਐਰਕੀ ਸਾਨੂੰ ਆਮ ਪਾਰਟੀ ਦੀ ਸਰਕਾਰ ਬਣੀ ਆ, ਇਹਨਾਂ ਤੇ ਸਾਨੂੰ ਪੂਰਾ ਭਰੋਸਾ ਸੀਗਾ ਵੀ ਇਹ ਸਾਨੂੰ ਕੁਛ ਨਾ ਕੁਛ ਸਾਡਾ ਇਹ ਸੋਚਣਗੇ ਕੀ ਕਹਿੰਦੇ ਹਰਿਆ ਪਿੰਨ ਇਹ ਚੱਲੂਗਾ ਸਾਡੇ ਗਰੀਬਾਂ ਦੇ ਤੇ ਹੋਮਗਾਰਡ ਦੇ ਮਹਿਕਮੇ ਦੇ ਲਈ ਇਹ ਹਰਿਆ ਪਿੰਨ ਨਹੀਂ ਅਜੇ ਤੱਕ ਚੱਲਿਆ। ਬਾਕੀ ਸਾਨੂੰ ਕੋਈ ਡੀਏ ਨਹੀਂ ਆ, ਕੋਈ ਕੁਛ ਨਹੀਂ ਆ। ਅਸੀਂ ਪਟਿਆਲੇ ਜ਼ਿਲ੍ਹੇ 'ਚ ਅੰਮ੍ਰਿਤਸਰ ਤੋਂ ਆਣ ਕੇ ਬੈਠੇ ਹਾਂ, ਮਤਲਬ ਕੋਈ ਸਾਡਾ ਡੀਏ ਸੀ ਇਹ ਨਹੀਂ, ਅਸੀਂ ਆਪਣੇ ਪੱਲਿਓਂ ਜੇਬ 'ਚੋਂ ਖਰਚਾ ਕਰ ਰਹੇ ਹਾਂ। ਤੇ ਸਾਨੂੰ ਇਹ ਸਰਕਾਰ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜਲਦੀ ਤੋਂ ਜਲਦੀ ਟੂਲ ਪਲਾਜੇ ਤੇ ਸੁਰਖੀਆਂ ਟੂਲ ਪਲਾਜੇ ਤੇ ਮਤਲਬ ਕਿ 4.5 ਸਾਲ 5 ਸਾਲ ਹੋ ਗਏ ਨੇ ਬੰਦਿਆਂ ਨੂੰ ਬੈਠਿਆਂ ਨੂੰ, ਕੋਈ ਪੈਨਸ਼ਨ ਦਾ ਲਾਰਾ ਲਾ ਕੇ ਕੁਛ ਨਹੀਂ ਅਜੇ ਤੱਕ ਸਾਨੂੰ ਸਰਕਾਰ ਨੇ ਦਿੱਤਾ। ਪੰਜਾਬ ਹੋਮਗਾਰਡ ਜੀ ਤੁਸੀਂ ਕਾਲੇ ਬਿੱਲੇ ਲਾਏ ਹੋਏ ਆ? ਕਾਲੇ ਬਿੱਲੇ ਲਾਏ ਜੀ ਅਸੀਂ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਸਾਡੇ ਤੇ ਜਿਹੜੀ ਲਾਗੂ ਨਹੀਂ ਕੀਤੀ ਉਹਦੇ ਰੋਸ ਵਜੋਂ, ਨਾਲੇ ਅਸੀਂ ਆਪਣੀ ਡਿਊਟੀ ਅਨੁਸ਼ਾਸਨ 'ਚ ਰਹਿ ਕੇ ਕਰ ਰਹੇ ਹਾਂ ਤੇ ਨਾਲ ਅਸੀਂ ਉਹਦੇ ਰੋਸ ਵਜੋਂ ਆਪਣੇ ਕਾਲੇ ਬਿੱਲੇ ਲਾਏ ਜਵਾਨਾਂ ਸਾਰਿਆਂ ਨੇ ਜੀ। ਅੰਮ੍ਰਿਤਸਰ ਤੋਂ ਜੀ। ਰਹਿਣ ਸਹਿਣ ਦਾ ਤੇ ਚਲੋ ਪੁਲਿਸ ਦਾ ਤੇ ਮਿਲਿਆ ਜੀ, ਰਿਹਾਇਸ਼ ਬੜੀ ਚੰਗੀ ਠੀਕ ਹੈ ਜੀ, ਚਲੋ ਰਹਿਣ ਰੋਣ ਦਾ ਤੇ ਠੀਕ ਹੀ ਆ। ਤੇ ਬਾਕੀ ਮੰਗਾਂ ਇਹੋ ਹੀ ਆ ਵੀ ਸਾਡੇ ਜਿਹੜੇ ਜਵਾਨ ਇਹਨੇ ਨੇ ਜਦੋਂ 40 ਸਾਲ ਹੋ ਗਏ ਨੌਕਰੀ ਕਰਦੇ, ਕੋਈ ਇਹਨਾਂ ਦੀ ਕੋਈ ਪੈਨਸ਼ਨ ਨਹੀਂ, ਕੋਈ ਸਹੂਲਤ ਨਹੀਂ, ਕੋਈ ਸਾਨੂੰ ਡੀਏ ਨਹੀਂ ਟੀਏ ਨਹੀਂ, ਏਡੀ ਦੂਰ ਆ ਕੇ ਡਿਊਟੀ ਕਰ ਰਹੇ ਹਾਂ, ਆਪਣੀ ਜੇਬ 'ਚੋਂ ਖਰਚਾ ਕਰਕੇ ਸਾਰਾ ਅਸੀਂ ਚਲਾ ਰਹੇ ਹਾਂ ਜੀ। ਵਿਜੀਲੈਂਸ ਬਿਊਰੋ ਪੰਜਾਬ ਦੀ ਰਡਾਰ ਤੇ ਹੁਣ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ ਆ ਚੁੱਕੇ ਹਨ ਅਤੇ ਅੱਜ ਉਹਨਾਂ ਸਮੇਤ ਪਰਿਵਾਰ ਦੇ 4 ਮੈਂਬਰਾਂ ਨੂੰ ਪੁੱਛਗਿੱਛ ਦੇ ਲਈ ਵਿਜੀਲੈਂਸ ਦਫ਼ਤਰ ਗੁਰਦਾਸਪੁਰ ਬੁਲਾਇਆ ਗਿਆ, ਜਿੱਥੇ ਵਿਜੀਲੈਂਸ ਵਿਭਾਗ ਦੇ ਐਸਐਸਪੀ ਵਰਿੰਦਰ ਸਿੰਘ ਨੇ ਉਹਨਾਂ ਕੋਲੋਂ ਲਗਭਗ 7 ਘੰਟੇ ਪੁੱਛਗਿੱਛ ਕੀਤੀ ਅਤੇ ਉਹਨਾਂ ਕੋਲੋਂ ਜਾਇਦਾਦ ਦਾ ਵੇਰਵਾ ਵੀ ਮੰਗਿਆ ਅਤੇ 7 ਦਿਨਾਂ ਬਾਅਦ 14 ਦਸੰਬਰ ਨੂੰ ਫਿਰ ਤੋਂ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਨੇ ਸ਼ਿਕਾਇਤ ਕੀਤੀ ਸੀ ਵਿਜੀਲੈਂਸ ਨੂੰ ਮੇਰੀ ਕਿ ਐਮਐਲਏ ਦੀ ਟਰਨਿਓਰ ਦੇ ਦੌਰਾਨ ਇਹਨਾਂ ਨੇ ਬਹੁਤ ਜਾਇਦਾਦਾਂ ਬਣਾਈਆਂ ਨੇ, ਇਹਨਾਂ ਦੀ ਇਨਕੁਆਇਰੀ ਕੀਤੀ ਜਾਏ। ਉਹਦੇ ਸਬੰਧ 'ਚ ਵਿਜੀਲੈਂਸ ਜਿਹੜੀ ਆ ਪਿਛਲੇ ਲੰਬੇ ਸਮੇਂ ਤੋਂ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਬੈਂਕ ਅਕਾਊਂਟਸ ਵੀ ਘੋਖੇ ਨੇ ਉਹਨਾਂ ਨੇ, ਔਰ ਹੋਰ ਵੀ ਕਈ ਤਰ੍ਹਾਂ ਦੇ ਉਹਨਾਂ ਨੇ ਆਪਣੇ ਲੈਵਲ ਤੇ ਵੇਰਵੇ ਜਿਹੜੇ ਉਹ ਕਲੈਕਟ ਕਰ ਰਹੇ ਆ, ਜਿਹਦੇ ਸਬੰਧ ਦੇ ਵਿੱਚ ਅੱਜ ਮੈਨੂੰ ਮੇਰੇ ਫਾਦਰ ਸਾਹਿਬ ਨੂੰ ਬ੍ਰਦਰ ਬਲਜੀਤ ਸਿੰਘ ਔਰ ਤਾਏ ਦਾ ਬੇਟੇ ਜਗਵੀਰ ਸਿੰਘ ਚਾਰਾਂ ਨੂੰ ਅੱਜ ਨੋਟਿਸ ਗਿਆ ਸੀਗਾ। ਔਰ ਜਿਹੜੀ ਵੀ ਉਹਨਾਂ ਨੇ ਤਫਤੀਸ਼ ਦੇ ਵਿੱਚ ਜੋ ਸਾਨੂੰ ਪੁੱਛਿਆ ਆ, ਸਵੇਰੇ 9:30 ਵਜੇ ਦੇ ਅਸੀਂ ਆਏ ਹੋਏ ਹਾਂ, ਪਰ ਕੱਲੀ ਗੱਲ ਦਾ ਉਹਨਾਂ ਦਾ ਜਵਾਬ ਦੇ ਆਏ। ਇਸ ਤੋਂ ਇਲਾਵਾ ਜੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਉਹਨਾਂ ਨੂੰ ਚਾਹੀਦੀ ਹੋਏਗੀ ਵਿਜੀਲੈਂਸ ਡਿਪਾਰਟਮੈਂਟ ਨੂੰ, ਮੈਂ ਤੇ ਮੇਰਾ ਪਰਿਵਾਰ ਹਮੇਸ਼ਾ ਅਵੇਲੇਬਲ ਆ ਔਰ ਜਦੋਂ ਮਰਜ਼ੀ ਇਹ ਬੁਲਾ ਸਕਦੇ ਆ, ਪੂਰਾ ਕੋਆਪਰੇਟ ਕਰਾਂਗੇ। ਜੇ ਕਿਸੇ ਨੇ ਸ਼ਿਕਾਇਤ ਕਿਸੇ ਦੇ ਖਿਲਾਫ ਕੀਤੀ ਆ ਤੇ ਉਹਦਾ ਵਿਜੀਲੈਂਸ ਡਿਪਾਰਟਮੈਂਟ ਦਾ ਰਾਈਟ ਬਣਦਾ, ਪਰ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗ ਰਿਹਾ ਕਿ ਵਿਜੀਲੈਂਸ ਡਿਪਾਰਟਮੈਂਟ ਜਿਹੜਾ ਕਿਸੇ ਦਬਾਅ ਦੇ ਹੇਠ ਕੰਮ ਕਰ ਰਿਹਾ, ਖਾਸ ਕਰਕੇ ਗੁਰਦਾਸਪੁਰ ਵਿਜੀਲੈਂਸ, ਕਿ ਜਿਹੜੇ 9:30 ਵਜੇ ਦੇ ਆ ਕੇ ਪਹਿਲਾਂ ਡੀਐਸਪੀ ਸਾਹਿਬ ਨੇ 3-4 ਘੰਟੇ ਲਾਏ ਨੇ ਮੇਰੇ ਤੇ, ਉਸ ਤੋਂ ਬਾਅਦ ਕੱਲੇ ਨੂੰ ਪੁੱਛਿਆ, ਉਸ ਤੋਂ ਬਾਅਦ ਕਹਿੰਦੇ ਕਿ ਐਸਐਸਪੀ ਸਾਹਿਬ ਆਉਣਗੇ ਵਿਜੀਲੈਂਸ ਦੇ, ਉਹ ਪੁੱਛਣਗੇ। ਫਿਰ ਉਹੋ ਹੀ ਗੱਲਾਂ ਐਸਐਸਪੀ ਸਾਹਿਬ ਨੇ ਆਣ ਕੇ ਦੁਬਾਰਾ ਸਾਨੂੰ ਪੁੱਛੀਆਂ ਔਰ ਮੈਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਘੱਟੋ ਘੱਟ ਐਸਐਸਪੀ ਸਾਹਿਬ 6-7 ਵਾਰ ਵਿੱਚੋਂ 10 ਵਾਰ ਉੱਠ ਕੇ ਗਏ ਆ। ਮੈਨੂੰ ਹੁਣ ਇਹ ਨਹੀਂ ਪਤਾ ਵੀ ਉਹ ਟੱਲੀ ਕਿੱਥੋਂ ਖੜਕਦੀ ਸੀ, ਕਿਹਨੂੰ ਦੱਸਣ ਜਾਂਦੇ ਸੀ, ਕਿਹਨੂੰ ਪੁੱਛਦੇ ਸੀ, ਔਰ ਆਣ ਕੇ ਬਾਹਰ ਉਹ ਦੁਬਾਰਾ ਫਿਰ ਨਵੇਂ ਤਰ੍ਹਾਂ ਦੇ ਸਵਾਲ ਪੁੱਛ-ਗਿੱਛ ਕਰਦੇ ਸੀ। ਪਰ ਮੈਂ ਓਪਨਲੀ ਵਿਜੀਲੈਂਸ ਨੂੰ ਕਹਿਣਾ ਕਿ ਜਿੰਨੀ ਵੀ ਤਾਕਤ ਆ ਤੁਸੀਂ ਜ਼ਰੂਰ ਲਾਓ ਆਪਣੇ ਤੇ, ਆਪਦੀ ਡਿਊਟੀ ਨਿਭਾਓ, ਪਰ ਓਨੈਸਟਲੀ ਨਿਭਾਇਓ। ਜੇ ਮੈਂ ਓਨੈਸਟਲੀ ਨਾਲ ਕੰਮ ਕੀਤਾ ਸੀਗਾ ਤੇ ਇਹੋ ਜਿਹੀ ਹਨੇਰੀ ਦੇ ਵਿੱਚ ਲੋਕਾਂ ਨੇ ਦੁਬਾਰਾ ਨੁਮਾਇੰਦਾ ਮੈਨੂੰ ਬਣਾਇਆ ਆ, ਔਰ ਮੈਂ ਫਿਰ ਇਸ ਗੱਲ ਦਾ ਪੁਰਜ਼ੋਰ ਆਪਣੇ ਵੱਲੋਂ ਕਹਿਣਾ ਕਿ ਓਨੈਸਟੀ ਦੇ ਨਾਲ ਇਨਕੁਆਇਰੀ ਕਰਿਓ, ਨਾ ਕਿ ਵੈਂਡੈਟਾ ਦੇ ਨਾਲ। ਜੇ ਓਨੈਸਟਲੀ ਇਨਕੁਆਇਰੀ ਕਰੋਗੇ, ਪੱਗ ਮੇਰੇ ਦਾਦਾ ਜੀ ਤੋਂ ਲੈ ਕੇ ਪੱਗ ਚਿੱਟੀ ਸੀ ਹੈ, ਔਰ ਫਿਰ ਤੁਹਾਡੇ ਮੀਡੀਆ 'ਚ ਕਹਿਣਾ ਇਹ ਰਹੂਗੀ। ਐਮਐਲਏ ਸਾਹਿਬ ਨੂੰ ਬੁਲਾਇਆ ਸੀਗਾ, ਇਹਨਾਂ ਦੀ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਸਬੰਧ ਦੇ ਵਿੱਚ ਇਨਕੁਆਇਰੀ ਚੱਲ ਰਹੀ ਆ, ਜਿਹਦੇ ਵਿੱਚ ਉਹਨਾਂ ਦੇ ਪ੍ਰੋਪਰ ਉਹਨਾਂ ਦੇ 4 ਮੈਂਬਰ ਅਸੀਂ ਬੁਲਾਏ ਸੀਗੇ ਪਰਿਵਾਰ ਦੇ, ਜਿਨ੍ਹਾਂ ਕੋਲ ਵੱਖ-ਵੱਖ ਇਨਕੁਆਇਰੀ ਦੇ ਬਾਰੇ ਜਾਇਦਾਦ ਦੇ ਬਾਰੇ ਪੁੱਛਿਆ ਗਿਆ। ਤੇ ਬਸ ਉਹ ਸਵੇਰੇ 9:30 ਵਜੇ ਤੋਂ ਸਟਾਰਟ ਕੀਤੀ ਸੀ ਕਿ ਹੁਣ 4-4:30 ਵਜੇ ਉਹਨਾਂ ਨੂੰ ਪੁੱਛ-ਗਿੱਛ ਕਰਕੇ ਪ੍ਰੋਪਰ ਭੇਜਤਾ ਵਾ। ਤੇ ਜਿਹੜੇ ਅਸੀਂ ਉਹਨਾਂ ਨੂੰ ਪਰਫਾਰਮੇ ਦੇਣੇ ਹੁੰਦੇ ਆ, ਭਰ ਕੇ ਦੇਣੇ, ਉਹ ਉਹਨਾਂ ਨੂੰ ਦੇ ਦਿੱਤੇ ਆ। ਉਹ 7 ਦਿਨ ਦਾ ਟਾਈਮ ਦਿੱਤਾ ਉਹਨਾਂ ਨੂੰ, ਸਾਨੂੰ ਭਰ ਕੇ ਦੇਣਗੇ। ਕੀ ਸਭ ਵੇਰਵਾ ਮੰਗੇਗਾ ਇਹਨਾਂ ਵਿੱਚ? ਜਾਇਦਾਦ
ਸਰ ਬੈਂਕਾਂ ਤੋਂ ਪਹਿਲਾਂ ਇੱਕ ਬੈਂਕਾਂ ਨੂੰ ਵੀ ਲੈਟਰ ਕੱਢੀ ਗਈ ਸੀ ਉਹਨਾਂ ਦੇ 8 ਨਹੀਂ ਉਹ ਕੋਈ ਸਾਡਾ ਇਨਕੁਆਇਰੀ ਦਾ ਮੈਟਰ ਆ, ਉਹ ਸਾਡੇ ਉਹਦੇ ਵਿੱਚ ਅਸੀਂ ਪ੍ਰੋਪਰ ਲੈਣੀ ਹੁੰਦੀ ਆ ਵੀ ਕੋਈ ਰੂਪੀ ਜਾਇਦਾਦ ਕਿੱਥੇ ਕਿੱਥੇ ਇਹਨਾਂ ਦੀ ਜਿਹੜੀ ਇਨਕੁਆਇਰੀ ਹੋਈ ਉਹ 'ਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ? ਉਹ ਅਜੇ ਨਹੀਂ ਸਾਡੇ ਫਾਈਨਲ, ਅਜੇ ਜਿੰਨਾ ਚਿਰ ਫਾਈਨਲ ਨਹੀਂ ਹੋਊਗੀ ਉਹਨਾਂ ਚਿਰ ਅਸੀਂ ਵਾਇਦ ਕਰ ਸਕਦੇ। ਦੁਬਾਰਾ ਉਹਨਾਂ ਨੂੰ 7 ਦਿਨ ਦਾ ਟਾਈਮ ਦਿੱਤਾ ਵਾ, ਜਿਸ 'ਚ ਸਾਨੂੰ ਆਪਣੇ ਪਰਫਾਰਮੇ ਭਰ ਕੇ ਦੇਣਗੇ, ਫਿਰ ਪ੍ਰੋਪਰ ਇਨਕੁਆਇਰੀ ਚੱਲੂਗੀ। ਵਿਧਾਇਕ ਵੱਲੋਂ ਕਿਹਾ ਗਿਆ ਕਿ ਜਦੋਂ ਤੁਸੀਂ ਪੁੱਛਗਿੱਛ ਕਰ ਰਹੇ ਕਿਉਂਕਿ 5-6 ਵਾਰੀ ਉੱਠ ਕੇ ਬਾਹਰ ਗਏ ਸੀਗੇ, ਕਿਸੇ ਨਾਲ ਫੋਨ ਤੇ ਗੱਲ ਕੀਤੀ, ਫਿਰ ਆ ਕੇ ਕੁਝ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਵਾ, ਕਿਸੇ ਮੇਰਾ ਪਰਸਨਲੀ ਫੋਨ ਆਇਆ ਸੀਗਾ, ਇਹ ਕੋਈ ਜ਼ਰੂਰੀ ਨਹੀਂ ਕਿ ਵੀ ਫੋਨ ਆਇਆ ਤੇ ਮੈਂ ਉਹਨਾਂ ਦੀ ਪੁੱਛਗਿੱਛ ਕਰਕੇ ਮੈਨੂੰ ਫੋਨ ਆਉਂਦੇ ਸੀਗੇ। ਇਹ ਮੇਰੇ ਕੋਈ ਪਰਸਨਲੀ ਘਰ ਦਾ ਫੋਨ ਕੋਈ ਉਸ ਤਰ੍ਹਾਂ ਦਾ ਕੋਈ ਵੀ ਆ ਸਕਦਾ। ਕਿੰਨੇ ਘੰਟੇ ਪੁੱਛਗਿੱਛ ਕੀਤੀ ਤੁਹਾਡੇ? ਸਵੇਰੇ 9:30 ਵਜੇ ਆਏ ਸੀਗੇ, 4 ਵਜੇ ਤੱਕ 4:15 ਤੱਕ ਪੁੱਛਗਿੱਛ। ਇੱਕ ਸਰ ਜਿਹੜਾ ਡੀਐਸਪੀ ਸਾਹਿਬ ਨੇ ਸਲੂਟ ਮਾਰਿਆ ਉਹਨੂੰ ਲੈ ਕੇ ਬੜੀ ਚਰਚਾ ਚੱਲ ਰਹੀ ਹੈ, ਉਹ ਕੀ ਸਾਰਾ ਹੈ ਮਾਮਲਾ? ਵੇਖੋ ਮੇਰੇ ਆਉਣ ਤੋਂ ਪਹਿਲਾਂ ਦੀ ਗੱਲ ਆ, ਮੈਂ ਇਹ ਆ ਗਏ 9:30 ਵਜੇ, ਮੈਂ 11 ਵਜੇ ਆਇਆ ਸੀਗਾ। ਉਹਦੇ 'ਚ ਉਹ ਡੀਐਸਪੀ ਸਾਹਿਬ ਨੂੰ ਮੇਰੇ ਧਿਆਨ 'ਚ ਤੇ ਨਹੀਂ, ਵੇਖ ਲੈਂਦੇ, ਪਤਾ ਕਰ ਲੈਂਦੇ ਵੀ ਕੀ ਗੱਲ। ਬਾਕੀ ਉਹ ਮੌਜੂਦਾ ਐਮਐਲਏ ਨੇ, ਚੈੱਕ ਕਰ ਲੈਂਦੇ ਸਰ। ਉਹ ਕਹਿੰਦੇ ਵੀ ਜਾਂਚ ਵਾਸਤੇ ਉਹਨਾਂ ਨੂੰ ਬੁਲਾਇਆ ਗਿਆ। ਲੁਧਿਆਣਾ ਦੇ ਥਾਣਾ PAU ਅਧੀਨ ਚੰਦ ਕਲੋਨੀ 'ਚ ਬੀਤੀ ਰਾਤ ਨੌਜਵਾਨਾਂ ਨੇ ਪੈਸਿਆਂ ਦੀ ਲੈਣ ਦੇਣ ਦੇ ਚਲਦਿਆਂ 18 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ, ਜਦਕਿ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ शुरू की है। मेरा पूरन सिंह है, ये मेरे भाई साहब है, इनका नाम बालम सिंह है, इनका लड़का है जो कल रात जिसका मर्डर हुआ। क्या नाम है उसका बिक्की जयतवाल। कितनी उम्र मुंडे दी? 18 साल। मामला क्या है? मामला ये था सर, वो निर्माणा क्लब में ठेकेदार के अंडर काम करता था, तो उसने इसके 5500 रुपये देने थे, तो वो काफ़ी देर से मांग रहा था लेकिन दे नहीं रहा था वो, और इसको कह रहा था तू ड्यूटी पर प्रेशर डाल रहा था, तो बिना पैसे की ड्यूटी पर नहीं जा रहा था। तो वो कल आया, कहता है चल कंप्रोमाइज़ कर लेते, तेरे को पैसे देता हूँ तो आ जा। उसने बंदे बुलाए थे कोई, अब पता नहीं उनका इरादा कत्ल का था कि नहीं था, पर उन्होंने उसका कत्ल कर दिया कल रात, मार दिया। कितने बजे की बात है? 9 बजे की बात है सर रात को। कहाँ पे बुलाया था, किसने बुलाया था? घर पे लड़के ने खाना खाया था, खाना खा के वो दूध पी रहा था लड़का। अच्छा जी। एक्चुअली वो चाय वगैरह नहीं पीता, तो दूध ही पीता, खाना खा के पीता था। तो इस बीच में उठाया उसको, बुलाया फ़ोन करके कि तो आ जा। वो आधा दूध छोड़ के गया अगली गली में, अगली गली में गया तो पीछे से उन्होंने वार कर दिया उसमें जो लड़के। हाँ जी। पुलिस ने क्या कार्रवाई की? पुलिस ने रात को आई थी सर, पुलिस अपना सैंपल वगैरह लेके गई है अभी, और DMC में लड़का DMC में जाते जाते बीच में ख़त्म हो गया था रास्ता। सर तेज हथियारों से किया, जैसे किरपान से किया, चाकू से किया, पूरा पीछे पूरा मारा हुआ अच्छी तरह से, और गर्दन काटी हुई है, पैर काटे, पैरों पे सर वो मारे हैं, क्या कहते हैं। पंजाब विच धुंध दा प्रकोप जारी है, जिस कारण आम जनजीवन अस्त व्यस्त होया पिया है। गल करदे हां बार्डर खेतर फिरोजपुर दी, जिथे आम जनजीवन बुरी तरह नाल प्रभावित होया पिया है ते सड़कां ते गड्डियां दी रफ्तार ना मात्र दे करीब है ते फोग लाइटां लगा के सफर करना पै रहा है। दूजे पासे स्कूली बच्चों का बुरा हाल है, उन्होंने भी स्कूल जाना मुश्किल होया पिया है ते हुण तक धुंध के कारण फिरोजपुर मंडल तो 16 रेल गड्डियां रद्द हो चुकियां हन। ठंड बहुत है, 2-3 दिन तो ही जिहड़ा ठंड ने आपदे रंग विखाने शुरू करते है। सब तो वड्डी दिक्कत इस टाइम है जिहड़ी फिक्र ही है मेन बच्चे, हर माँ प्यो नूं आपदे बच्चों का फिक्र है, जिहड़े कि सुबह स्कूल का जिहड़ा टाइम है, बेशक थोड़ा टाइम तो इन्होंने जरूर लेट किया है, बट मेरी निगाह दे विच 10 बजे का टाइम इन्हां स्कूल का करना चाहिए, क्योंकि 10 बजे तक काफ़ी मौसम का फर्क पै जाता है। मैं तो प्रशासन को यही बेनती करूँगा भी छोटे बच्चों को वेखते हुए कि जरूर टाइम लेट किया जाए, 10 बजे का किया जाए। मेरा पिंड मोगा रोड से बस्ती भाग सिंह है, इतों 10-12 किलोमीटर पै जाता है। हुण मैं वापस भी जाना है, बट जिन्नी देर घर ना पहुँच गए उधर तो स्कूल दे विच बच्चों को डर रहिंदा है भी की पापा घर पहुँच गए है, उधर घरदियां नूं फिक्र रहिंदा भी की बच्चे स्कूल ठीक पहुँच गया। सो ये बड़ी वड्डी टेंशन है भी बच्चों नूं जिहड़ा स्कूल का टाइम है मेरी ये भी 10 बजे जरूर कीता जाए। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵੱਲੋਂ ਹੁਕਮ ਜਾਰੀ ਕਰਕੇ ਤਖਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਇਸ ਤੋਂ ਇਲਾਵਾ ਸ਼੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੌਜੂਦਾ ਪ੍ਰਧਾਨ ਮਹਿੰਦਰਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਤੇ ਮੈਂਬਰ ਇੰਦਰਜੀਤ ਸਿੰਘ ਨੂੰ 5 ਦਿਨਾਂ ਦੀ ਧਾਰਮਿਕ ਸੇਵਾ ਲਗਾਈ ਗਈ ਹੈ, ਜਦਕਿ ਪ੍ਰਕਾਸ਼ ਪੁਰਬ ਤੱਕ ਤਖਤ ਸਾਹਿਬ ਦੀ ਪੁਰਾਣੀ ਪ੍ਰਬੰਧਕ ਕਮੇਟੀ ਨੂੰ ਬਹਾਲ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਜੀ ਕੀ ਫਤਿਹ। ਜੋ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਪਿਛਲੇ ਕਾਫੀ ਦਿਨਾਂ ਤੋਂ ਬੜਾ ਔਰ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਵੀ ਵਾਦ-ਵਿਵਾਦ ਚੱਲ ਰਿਹਾ ਸੀ। ਸੋ ਉੱਥੇ ਬਹੁਤ ਸਾਰੇ ਜੋ ਵਿਵਾਦ ਹੋਇਆ, ਝਗੜੇ ਹੋ ਰਹੇ ਸੀ, ਉਹਨਾਂ ਨੂੰ ਲੈ ਕੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਕੁਝ ਅਸੀਂ ਮੈਂਬਰ ਸਾਹਿਬਾਨਾਂ ਨੇ ਬੇਨਤੀ ਕੀਤੀ ਕਿ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ
ਪ੍ਰਕਾਸ਼ ਦਿਹਾੜਾ ਜੋ ਬਹੁਤ ਨਜ਼ਦੀਕ ਆ ਰਿਹਾ, ਜਿਹੜੀਆਂ ਸਿੱਖ ਸੰਗਤਾਂ ਬੜੇ ਸ਼ਰਧਾ ਨਾਲ, ਬੜੇ ਸਤਿਕਾਰ ਦੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਮਨਾਉਂਦੀਆਂ ਨੇ। ਸੋ ਸਾਰਿਆਂ ਦੀ, ਸਾਡੇ ਮੈਂਬਰ ਸਾਹਿਬਾਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਗਾਨੀ ਹਰਪ੍ਰੀਤ ਸਿੰਘ ਤੇ ਪੰਜੇ ਸਿੰਘ ਸਾਹਿਬਾਨ ਨੇ ਅੱਜ ਬੈਠ ਕੇ ਜੋ ਫੈਸਲੇ ਕੀਤੇ ਨੇ, ਅਸੀਂ ਉਹਨਾਂ ਨੂੰ ਔਰ ਸਿਰ ਮੱਥੇ ਬੜੀ ਨਿਮਰਤਾ ਦੇ ਨਾਲ ਕਬੂਲ ਕਰਦੇ ਹਾਂ ਕਿ ਅੱਜ ਸਾਰੀ ਸਾਡੀ ਜਿਹੜੀ ਪ੍ਰਬੰਧਕ ਕਮੇਟੀ ਹੈ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ, ਉਹ ਇੱਥੇ ਬੁਲਾਈ ਗਈ ਸੀ ਔਰ ਉਹਨਾਂ ਸਾਰਿਆਂ ਨੂੰ ਜੋ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਹੈ, ਉਹ ਸਾਰੇ ਆਦੇਸ਼ ਦੀ ਅਸੀਂ ਹੂਬਹੂ ਸਾਰੇ ਜਿੰਨੇ ਮੈਂਬਰ ਸਾਹਿਬਾਨ ਆ ਪਾਲਣਾ ਕਰਾਂਗੇ। ਔਰ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਉਤਸਵ ਆਇਆ, ਉਹਨੂੰ ਬੜੀ ਹਿੰਮਤ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਔਰ ਬੜੀ ਤਨਦੇਹੀ ਦੇ ਨਾਲ ਸਾਰੇ ਅਸੀਂ ਮਨਾਉਣ ਜਾ ਰਹੇ ਹਾਂ। ਬਿਲਕੁਲ ਠੀਕ ਹੈ ਗੱਲ ਉਹਨਾਂ ਦੀ, ਬਿਲਕੁਲ ਉਹਨਾਂ ਨੇ ਗੱਲ ਜੋ ਸਹੀ ਕਹੀ ਹੈ। ਸਿੱਖ ਪੰਥ ਦੇ ਵਿੱਚ ਇਹ ਜਿਹੜੀਆਂ ਤਖਤ ਸਾਹਿਬ ਨੂੰ ਲੈ ਕੇ ਜਾਂ ਹੋਰ ਗੁਰੂ ਘਰਾਂ ਨੂੰ ਲੈ ਕੇ ਐਸੇ ਬਾਤ ਚੱਲਦੇ ਨੇ, ਝਗੜੇ ਚੱਲਦੇ ਨੇ, ਉਹਦਾ ਨਾਲ ਬਹੁਤ ਮਾੜਾ ਪ੍ਰਭਾਵ ਜਿਹੜਾ ਸਿੱਖ ਸੰਗਤ ਦੇ ਉੱਤੇ ਪੈਂਦਾ ਹੈ। ਸਿੱਖਾਂ ਦੇ ਵਿੱਚ ਬਹੁਤ ਨਿਰਾਸ਼ਤਾ ਵੀ ਆਉਂਦੀ ਹੈ। ਸੋ ਇਸ ਕਰਕੇ ਸਿੰਘ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਸਾਨੂੰ ਜੋ ਵੀ ਕੋਈ ਝਗੜਾ ਹੈ ਜਾਂ ਜਿਸ ਤਰ੍ਹਾਂ ਕੋਈ ਮਸਲਾ ਹੈ, ਸਾਨੂੰ ਮਿਲ ਬੈਠ ਕੇ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ, ਸਾਨੂੰ ਸਾਰਿਆਂ ਨੂੰ ਬੈਠ ਕੇ ਹੱਲ ਕਰਨੇ ਚਾਹੀਦੇ ਨੇ। ਸੋ ਝਗੜਿਆਂ ਵਿੱਚ ਨਹੀਂ ਪੈਣਾ ਚਾਹੀਦਾ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।